नेक्स्ट न्यूमेरिकल 11 था 11th न्यूमेरिकल जब मैं शो कीता सीगा कि अपने को ऐसा इस लाइन दे अलाउड होने तीन कैपेसिटर दिते हैं सिर्फ कॉम्बिनेशन चेक करना और कुछ नहीं होता उन्होंने कहा जी तीन कैपेसिटर गिवन है कैलकुलेट इक्विवेलेंट कैपेसिटेंस बिटवीन P एंड Q ਤੇ ਜਿਹੜੇ ਦੋ ਪੁਆਇੰਟ ਦੇ ਅੰਦਰ ਤੁਸੀਂ ਇਕੁਇਵਲੈਂਟ ਕੱਢਣੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਉਹਨਾਂ ਦੋ ਪੁਆਇੰਟ ਦੇ ਵਿੱਚ ਇੱਕ ਬੈਟਰੀ ਕੰਸੀਡਰ ਕਰ ਲਓ ਆਪੇ ਮੰਨ ਲਿਆ ਕਿ ਆਪਣੇ ਕੋਲ ਇੱਕ 20 ਵੋਲਟ ਦੀ ਬੈਟਰੀ ਲੱਗੀ ਹੋਈ ਆ ਆਪਣੇ ਤਿੰਨ ਕੈਪੈਸਿਟਰ ਜਿਨ੍ਹਾਂ ਦੀ ਕੈਪੈਸਿਟੈਂਸ C1 C2 C3 ਜੇ ਐਸਐਚ ਲਾਈਨ ਵਾਈਜ਼ ਸੋਚਾਂ ਤੇ ਮੈਨੂੰ ਲੱਗਦਾ ਕਿ ਤਿੰਨੇ ਦੇ ਤਿੰਨੇ ਸੀਰੀਜ਼ ਚ ਆ ਹੈਨਾ ਪਰ ਉਹ ਤੇ ਮੈਂ ਇੰਨਾ ਕਿਹਾ ਸੀ ਕੈਪੈਸਿਟਰ ਦੇ ਕੰਬੀਨੇਸ਼ਨ ਨੂੰ ਸੋਚਣ ਦਾ ਮੈਥਡ ਇਹ ਹੋਏਗਾ या तो चार्ज का फ्लो चेक करो नहीं तो बैटरी के टर्मिनल तक चेक करो कि भी जुड़े किदा हुए हुन जे इस पॉइंट तो चलिए ठीक है इस पॉइंट तो चलिए ते इधरों आ पी पॉइंट पे आ जा ਇਹਦਾ मतलब जे इस पॉइंट का पोटेंशियल मेरा पॉजिटिव आ ते इधरों पी पॉइंट मेरा पॉजिटिव पोटेंशियल ते होएगा ते जे पी पॉइंट पॉजिटिव पे आ ਇਹਦਾ मतलब कैपेसिटर C1 दी एक आर्म इधरों दी चल के आ ना तो होके इधर इथे भी पॉजिटिव पोटेंशियल आएगा ठीक है ना आ पॉइंट पे पॉजिटिव पोटेंशियल आ ਇਹਦਾ मतलब आ दूजी इथों दी एक कॉमन लीड जोड़ के ਆਪਾਂ ਇਹਨਾਂ ਅਟੈਚ ਕੀਤੀ ਬੈਟਰੀ ਦੇ ਪੋਜ਼ਿਟਿਵ ਨਾਲ ਇਹਦਾ ਮਤਲਬ ਤਿੰਨਾਂ ਕੈਪੈਸਿਟਰ ਦੀ ਇੱਕ ਪਲੇਟ ਜਿਹੜੀ ਆ ਉਹ ਬੈਟਰੀ ਦੇ ਪੋਜ਼ਿਟਿਵ ਨਾਲ ਡਾਇਰੈਕਟ ਜੁੜੀ ਆ यस सर Yes, sir. ਤੇ ਇਦਾਂ ਹੀ ਇਧਰੋਂ ਸੋਚੋ ਜੇ ਇਧਰੋਂ 네ਗੇਟਿਵ ਟਰਮੀਨਲ ਤੋਂ ਚੱਲੀਏ ਤੇ Q ਟਰਮੀਨਲ 네ਗੇਟਿਵ ਪੋਟੈਂਸ਼ੀਅਲ ਤੇ ਆ ਤੇ Q ਦੇ ਕਰਕੇ ਆ ਜਿਹੜਾ ਕਾਮਨ ਪੁਆਇੰਟ ਬਣੇਗਾ ਇਹ ਵੀ 네ਗੇਟਿਵ ਤੇ ਆ ਇਹਦੇ ਕਰਕੇ ਆ ਕੈਪੈਸਿਟਰ ਦੀ C2 ਵਾਲੇ ਕੈਪੈਸਿਟਰ ਦੀ ਤੇ ਇਧਰੋਂ C3 ਵਾਲੇ ਕੈਪੈਸਿਟਰ ਦੀ ਤਿੰਨਾਂ ਦੀ ਇੱਕ ਪਲੇਟ ਜਿਹੜੀ ਆ ਉਹ ਬੈਟਰੀ ਦੇ 네ਗੇਟਿਵ ਨਾਲ ਜੁੜੀ ਆ ਔਰ ਇਹਦਾ ਮਤਲਬ ਜੇ ਮੈਂ ਲੈ ਕੇ ਚੱਲਣਾ ਤੇ ਮੈਨੂੰ ਇਹ ਦਿਖਦਾ ਪਿਆ ਬੇਸ਼ੱਕ ਉਹ ਇੱਕ ਲਾਈਨ 'ਚ ਬਿਟਾ पर इन्हां च चार्ज सेम नहीं फ्लो करता पे इसलिए सीरीज च नहीं हैगी ये तिन्ने दे तिन्ने कैपेसिटर नहीं एक आर्म बैटरी दे पॉजिटिव ना ते एक आर्म डायरेक्ट बैटरी दे नेगेटिव ना जुड़ी है इट मींस कैपेसिटर आर इन पैरेलल क्या पैरेलल कॉम्बिनेशन समय लगे था कितना दसदे पे सर एक बार रिपीट Yes, sir. करो all three are in parallel ਦੁਬਾਰਾ ਦੇ ਵਿੱਚ ਇਹ ਬੱਚੇ ਕਿ ਇੱਕੋ ਚੀਜ਼ ਧਿਆਨ ਨਾਲ ਦਿਮਾਗ ਲਾਓ ਇਹ ਤੋਂ ਪੋਜ਼ਿਟਿਵ ਤੋਂ ਜਦੋਂ ਬੈਟਰੀ ਦੇ ਚੱਲੀਏ ਤੇ ਇਸ ਪੁਆਇੰਟ ਤੇ ਪੋਜ਼ਿਟਿਵ ਜਿਹੜਾ P ਪੁਆਇੰਟ ਆ ਇਹ ਮੇਰਾ ਪੋਜ਼ਿਟਿਵ ਪੋਟੈਂਸ਼ੀਅਲ ਤੇ ਆਇਆ ਇਹਦਾ ਮਤਲਬ C1 ਦੀ ਇੱਕ ਪਲੇਟ ਉਹ P ਨਾਲ ਜੁੜੀ ਪੋਜ਼ਿਟਿਵ ਨਾਲ ਤੇ ਆਹ ਤਾਰ ਦੇ ਥਰੂ ਇਸ ਵਾਇਰ ਦੇ ਥਰੂ C2 ਤੇ C3 ਦੀ ਵੀ ਇੱਕ ਪਲੇਟ ਜਿਹੜੀ ਆ ਉਹ ਬੈਟਰੀ ਦੇ ਪੋਜ਼ਿਟਿਵ ਨਾਲ ਸਿੱਧੀ ਜੁੜੀ ਹੈ ਤੇ ਦੂਜੇ ਪਾਸੇ ਵੀ ਆ Q ਪੁਆਇੰਟ ਦੇ ਥਰੂ ਠੀਕ ਹੈ ਜੀ C3 ਦੀ ਸੈਕੰਡ ਪਲੇਟ ਇਹਦੇ Q ਪੁਆਇੰਟ ਇਤੋਂ ਘੁਮਾ ਦਈਏ ਤੇ C2 ਤੇ C1 ਦੀ ਇੱਕ ਸੈਕੰਡ ਪਲੇਟ ਜਿਹੜੀ ਹੈ ਯਾਨੀ ਇੱਕ ਪਲੇਟ ਜਿਹੜੀ ਆ ਉਹ ਬੈਟਰੀ ਦੇ 네ਗੇਟਿਵ ਨਾਲ ਸਿੱਧੀ ਜੁੜੀ ਇਹਦਾ ਮਤਲਬ ਇੱਕ ਤਰ੍ਹਾਂ ਮੇਰੇ ਤਿੰਨੇ ਦੇ ਤਿੰਨੇ ਕੈਪੈਸਿਟਰ ਜਿਹੜੇ ਨੇ ਇੱਕ ਵੇ ਨਾਲ ਮੇਰੇ ਤਿੰਨੇ ਦੇ ਤਿੰਨੇ ਕੈਪੈਸਿਟਰ ਜਿਹੜੇ ਨੇ ਉਹ ਬੈਟਰੀ ਦੇ ਨਾਲ ਡਾਇਰੈਕਟ ਜੁੜੇ ਆ ਯਾਨੀ ਆ ਇੱਕ ਐਕਚੁਅਲ ਕੰਬੀਨੇਸ਼ਨ ਬਣਦਾ ਪਿਆ ਤਿੰਨਾਂ ਦਾ ਕਿ ਤਿੰਨਾਂ ਕੈਪੈਸਿਟਰ ਦੀ ਇੱਕ ਪਲੇਟ ਪੋਜ਼ਿਟਿਵ ਨਾਲ ਤੇ ਦੂਜੀ ਪਲੇਟ 네ਗੇਟਿਵ ਨਾਲ ਜੁੜ ਗਈ ਤੇ ਇਸ ਕੰਬੀਨੇਸ਼ਨ ਪੈਰਲਲ ਕਿਹਾ ਜਾਂਦਾ ਇਹ ਮਤਲਬ ਆ ਇਹ ਅਰੇਂਜਮੈਂਟ ਚ ਵੀ ਤਿੰਨੇ ਕੈਪੈਸਿਟਰ ਜਿਹੜੇ ਨੇ ਦੇ ਆਰ ਇਨ એનર્ਜੀ ਪੈਰਲਲ ਤੇ ਜੇ ਪੈਰਲਲ ਚ ਕੈਪੈਸਿਟੈਂਸ ਡਾਇਰੈਕਟ ਪਲੱਸ ਹੋ ਜਾਂਦੀ ਇਹ ਮਤਲਬ ਟੋਟਲ ਕੈਪੈਸਿਟੈਂਸ C1 C2 C3 ਤੋਂ ਬਣੂ ਕੀ ਗੱਲ ਸਮਝ ਆਈ यस सर यस सर यस सर ਉਹ ਤੇ ਕੋਈ ਇਦਾਂ ਦਾ ਹੈਗਾ ਜਿਹਨੂੰ ਕੰਬੀਨੇਸ਼ਨ ਸਮਝਣ ਚ ਡਾਊਟ ਹੈਗਾ ਕਿ ਸਾਰਿਆਂ ਨੂੰ ਸਮਝ ਲੱਗ ਰਿਹਾ ਕੰਬੀਨੇਸ਼ਨ यस सर यस सर यस सर यस सर ओके बच्चे चल 12th न्यूमेरिकल हैगा नेक्स्ट अपने को ਕੰਬੀਨੇਸ਼ਨ ਜੀ ਹੈਗਾ ਮੈਂ ਇੱਕ ਵਾਰੀ ਕੰਬੀਨੇਸ਼ਨ ਬਣਾ ਰਿਹਾ ਉਹਦਾ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰੋ ਕਿ ਉਹਨੂੰ ਪੜ੍ਹ ਕੇ ਦੇਖੋ ਕੀ ਦੱਸਿਆ ਉਹਦੇ ਵਿੱਚ ਪੜੋ ਇੱਕ ਵਾਰੀ
कोशिश करो कॉम्बिनेशन सोचने की कि भी जुड़े किहड़े वे नाम नाम अपने को कुछ भी देके चल रहे हैं इन्हों हाँ जी मैं पूछना कॉम्बिनेशन इसलिए दिमाग च रख के चलो कि भी किहड़े वे नाम बेटा कैपेसिटर जुड़े अपने को जेडे कैपेसिटर गिवन है 2 माइक्रोफैरड आ सारे दे सारे और अंदर वाले जेडे सारे दे सारे मेरे जेडे वो 1 माइक्रोफैरड हुन एक बार तुसी मेनू एक्सप्लेन करोगे कोई भी जाना ठीक है कि कैपेसिटर दा कॉम्बिनेशन किदां आपा शुरू करना वा उन्हें क्या इक्विवेलेंट कैपेसिटेंस बिटवीन ए एंड बी कित्थों मैं गिनना शुरू करना कैपेसिटर्स नु कि किदां जुड़े हैं C4 एंड C5 तो शुरू कर हां गुरकीरत दोबारा बोलो C4 एंड C5 तो शुरू करना दोनों सीरीज ਵਿੱਚ ਆ ਫਿਰ ਇਹਨਾਂ ਜਿਹੜੇ बिल्कुल ठीक है बेटा ਉਹ ਤੋਂ ਅਗਲੇ ਵਾਲੇ ਨਾਲ C6 ਨਾਲ ਪੈਰਲਲ ਚਾਉਗੀ ਫਿਰ ਤੇ ਸਾਰੇ ਐਡ ਹੋਏ वेरी गुड बिल्कुल ठीक है पुत्र बच्चे किसी होर दे दिमाग च कुछ हैगा तो बोलो एक बारी जे किसी ने होर कुछ सोचा सीगा कि भी इदां नहीं जिदा गुरकीरत कह रहा कुछ होर कॉम्बिनेशन सोचदे हो दसो फिर आप उस डाउट नु क्लियर करिए सर ए बी तो भी सर स्टार्ट कर सकते हैं सर C8 ਤੇ C1 ਸਰ ਦੋਨੋਂ ਸੀਰੀਜ਼ ਦੇ ਵਿੱਚ ਆ ਤੇ ਫਿਰ C7 ਤੇ C2 ਵੀ ਸੀਰੀਜ਼ ਦੇ ਵਿੱਚ ਆ ਤੇ C8 ਵਾਲੇ ਨਾਲ ਸਰ ਉਹ ਪੈਰਲਲ ਦੇ ਵਿੱਚ ਆ नहीं टेक वो गलत हो गया बेटा कॉम्बिनेशन इस वे ना नहीं हैगे दसूंगा हुणी क्यों कह रहे किसी होर दे दिमाग च कुछ हैगा तो बोलो पुत्र मैं एक चीज दसी सी चलो मैं शुरू कर रहा ठीक है एक चीज दसी सी कोशिश करो सर्किट दे अंदर तक जाना वा तुसी ठीक है जिदा बॉक्स दे विच बॉक्स होवे ना ਅਸੀਂ ਸਾਰੇ ਖੋਲ ਕੇ ਸਭ ਤੋਂ ਪਹਿਲਾਂ ਅੰਦਰ ਵਾਲਾ ਬਾਕਸ ਫਿਰ ਮੁੜ ਕੇ ਜਿਹੜਾ ਵਾ ਉਹਨੂੰ ਦੇਖਾਂਗੇ ਫਿਰ ਉਸ ਤੋਂ ਬਾਹਰ ਵਾਲਾ ਫਿਰ ਉਸ ਤੋਂ ਬਾਹਰ ਵਾਲਾ ਤੇ ਫਿਰ ਸਭ ਤੋਂ ਬਾਹਰ ਵਾਲਾ ਇਦਾਂ ਦਾ ਕੁਝ ਕਨਸੈਪਟ ਇਹਨਾਂ ਕੰਬੀਨੇਸ਼ਨ ਚ ਹੁੰਦਾ ਤੁਸੀਂ ਐਸੇ ਚ ਜਦੋਂ ਇਕੁਇਵਲੈਂਟ ਕੈਪੈਸਿਟੈਂਸ ਕੱਢਣੀ ਆ ਤੇ ਮੈਂ ਕਿਹਾ ਸੀ ਸਭ ਤੋਂ ਪਹਿਲੇ ਸੋਚੀਦਾ ਉਹਨੂੰ ਬੈਟਰੀ ਦੇ ਦੋ ਟਰਮੀਨਲ ਨਾਲ ਜੋੜ ਦਿਓ ਇੱਕ ਪਾਸੇ ਦੀ ਚਾਰਜ ਸਰਕਟ ਦੇ ਵਿੱਚ ਐਂਟਰ ਕਰਾਵੋ ਤੇ ਦੂਜੇ ਪਾਸੇ ਥਾਣੀ ਸਰਕਟ ਚੋਂ ਚਾਰਜ ਬਾਹਰ ਕੱਢਣਾ ਵਾ उस प्रोसेस दे विच चेक करो कि चार्ज किथे किथे जाके डिवाइड हुंदा और किथे किथे कैपेसिटर्स दे विच सेम निकल के जांदा ये वर्ड सोचने बहुत जरूरी ने आपां इस क्वेश्चन च चलिए इन्हें कुछ नाम देके चलदा है A L M N ये कुछ नाम दे दो इन्हां नूं एक सेकंड होल्ड करिए पढ़ा रहे हैं यार दस की अरुण क्लास ले रहे हैं जल्दी दस ਹੁਣ ਬੱਚੇ ਇਹਨੂੰ ਜਦੋਂ ਤੁਸੀਂ ਪੁੱਤ ਸ਼ੁਰੂ ਕਰਨਾ ਨਾ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਕਰੋ A ਔਰ B ਚ ਬੈਟਰੀ ਸੋਚੋ ਆਪਾਂ A ਨੂੰ ਔਰ B ਦੇ ਵਿੱਚ ਇੱਕ ਬੈਟਰੀ ਸਪੋਜ਼ ਕਰ ਲਈ ਉਹਦੇ ਨਾਲ ਕੀ ਆ ਆਪਾਂ ਚਾਰਜ ਦਾ ਫਲੋ ਡਿਸਾਈਡ ਕਰਾਂਗੇ ਹੁਣ ਚਾਰਜ ਜਦੋਂ ਇਥੋਂ ਦੀ ਫਲੋ ਕੀਤਾ ਠੀਕ ਹੈ ਕੁਝ ਚੀਜ਼ਾਂ ਦੇ ਵਿੱਚ ਸਿਮੈਟਰੀ ਫੜਨੀ ਪਏਗੀ ਚਾਰਜ ਜਦੋਂ A ਪੁਆਇੰਟ ਤੋਂ ਨਿਕਲਿਆ ਤੇ C1 ਦੇ ਵਿੱਚ ਬੈਟਰੀ ਦਾ ਪੂਰਾ ਚਾਰਜ ਨਿਕਲਣਾ ਅਸੀਂ ਪਿੱਛੇ ਵੀ ਦੋ ਤਿੰਨ ਨਿਊਮੈਰੀਕਲ ਚ ਵਰਡ ਯੂਜ਼ ਕੀਤੇ ਸੀਗੇ ਜਿਹੜੇ ਕੈਪੈਸਿਟਰ ਚੋਂ ਬੈਟਰੀ ਦਾ ਪੂਰਾ ਚਾਰਜ ਨਿਕਲਦਾ ਇਹ ਕੈਪੈਸਿਟਰ ਸੀਰੀਜ਼ ਚ ਜੁੜੇਗਾ ਪਰ ਕਿਹਦੇ ਨਾਲ ਜੁੜੇਗਾ ਇਸ ਤੋਂ ਅੱਗੇ ਵਾਲੇ ਕਿਸੇ ਕੈਪੈਸਿਟਰ ਅਸੀਂ ਇਹਦਾ ਮਤਲਬ ਇਹ ਕਹਿ ਸਕਦੇ ਕਿ C1 ਨੇ ਸੀਰੀਜ਼ ਚ ਜੁੜਨਾ ਵਾ पर जिदे नाल जुड़ना ओदे विच ते C1 दे विच चार्ज सेम जाना चाहिए टेक भी इत्थे गलती है बेटा जेडे वर्ड बोल रहे हैं ठीक है C1 वाला सारा चार्ज जे अगले किसी एक कैपेसिटर को जावे फिर C1 ते वो अगले वाला सीरीज दे विच वो तो अपना ए होया C1 च चार्ज निकलने तो बाद जदों K ते आया ते K ते आके चार्ज दो पार्ट च डिवाइड हो गया इस मतलब C1 ते C8 च चार्ज सेम नहीं चलिया ठीक है इन्हां च चार्ज डिवाइड हो चुका वा ठीक है जिन्ना ਇਹਦੇ ਕੋਲ ਚਾਰਜ ਆ ਉਹਨਾਂ ਇਹਦੇ ਕੋਲ ਹੈ ਨਹੀਂ ਇਸ ਲਈ ਇਹ ਸੀਰੀਜ਼ ਚ ਨਹੀਂ ਹੈਗੀ ਹੁਣ ਜਦੋਂ ਚਾਰਜ ਇਧਰਲੇ ਪਾਸੇ ਨੂੰ ਚਲਾ ਗਿਆ ਹੈ ਨਾ ਇੱਥੇ ਕੁਝ ਨਾਮ ਦਿੰਦੇ ਚਲੇ ਜਾਓ ਇਹਨੂੰ ਆਪਾਂ ਆਪਣੇ ਕੋਲੋਂ ਨਾਮ ਦੇ ਦਿੰਦੇ S T U V ਹੁਣ ਜਿਹੜਾ ਚਾਰਜ ਇਧਰ ਨੂੰ ਆਇਆ ਆਪਾਂ ਕਿਹਾ ਸੀ
ਇਹ ਕੈਪੈਸਿਟਰ ਪੈਰਲਲ 'ਚ ਇਸ ਕੈਪੈਸਿਟਰ ਦੇ ਨਾਲ ਜੁੜ ਸਕਦਾ, ਪਰ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੇ ਪੁਆਇੰਟ ਤੇ ਇਹਨਾਂ ਦਾ ਚਾਰਜ ਇਕੱਠਾ ਹੋਣਾ, ਉਹ ਤਾਂ ਜੋ ਬੋਲ ਰਿਹਾ ਨਾ, ਇਹ ਵਰਡਿੰਗ ਤੁਹਾਡੇ ਦਿਮਾਗ 'ਚ ਬਣਨੀ ਚਾਹੀਦੀ ਹੌਲੀ ਹੌਲੀ। ਠੀਕ ਹੈ, ਜਦੋਂ K ਪੁਆਇੰਟ ਤੇ ਚਾਰਜ ਡਿਵਾਈਡ ਹੋਇਆ, C2 ਤੇ C8 ਪੈਰਲਲ 'ਚ ਜੁੜ ਜਾਣੇ ਸੀ, ਪਰ ਅਸੀਂ ਪੈਰਲਲ 'ਚ ਤਾਂ ਜੋੜੀਏ ਇੱਥੇ ਚਾਰਜ ਡਿਵਾਈਡ ਹੋਣ ਤੋਂ ਬਾਅਦ ਵਾਪਸ S ਪੁਆਇੰਟ ਤੇ ਇਕੱਠਾ ਨਹੀਂ ਹੋਣਾ, ਕਿਉਂਕਿ ਇਹ ਤੋਂ ਬਾਅਦ ਚਾਰਜ ਵਾਪਸ ਮੁੜਨਾ। K ਵਾਲਾ ਚਾਰਜ ਤੇ S ਤੇ ਪਹੁੰਚਦਾ ਪਿਆ C8 ਵਾਲਾ, ਪਰ ਕਿਆ ਜਿਹੜਾ C2 ਕੋ ਚਾਰਜ ਗਿਆ ਉਹ ਇਸ ਤੋਂ ਬਾਅਦ ਸਿੱਧਾ S ਤੇ ਆਏਗਾ? नो सर नहीं आया ना। वो इस L पॉइंट पे जेड़ा C2 को चार्ज गया, आप इधर लिख देते हैं कि Q1 चला गया, इधर नु Q2 चला गया, Q2 वाला चार्ज L पे जाके फिर दो पार्ट च टूट गया, इधर नु Q3 चला गया, इधर नु Q4 चला गया। ठीक है, Q4 वाला चार्ज इधर जाके फिर दो पार्ट च टूट गया, इधर Q5 चला गया, इधर Q6 चला गया। हुण जदों इत्थे पहुंच गए, ये सब तो अंदर वाला डब्बा वा मेरा। ठीक है, जो मैं इतने पहुंच गया कि चार्ज इन्हां दोनों च पैरेलल च डिवाइड हो गया, M तो चार्ज डिवाइड होके U ते इकट्ठा होना वापस। हुण जदों आपां इत्थे चार्ज कंबाइन करना, इक्को वारी ध्यान नाल बेटा समझदे चलियो, बार-बार रिपीट करना औखा होएगा। जदों चार्ज M ते आया, वो Q जेड़ा C4 ते C6 आ, ये पैरेलल च जोड़ सकदे सी, पर ਅਸੀਂ ਕਿਹਾ पैरेलल च जोड़न वास्ते इन्हां दोनों का चार्ज होर किसी कैपेसिटर को नहीं जाना चाहिए, पर ਇਹਦਾ ਚਾਰਜ ਤੇ M ਤੋਂ ਬਾਅਦ ਸਿੱਧਾ U ਤੇ ਆ ਜਾਂਦਾ, ਪਰ ਜਿਹੜਾ ਇਧਰ C4 ਕੋਲ ਗਿਆ ਵਾ ਚਾਰਜ, ਉਹਨੇ ਸਿੱਧਾ U ਤੱਕ ਆਉਣ ਤੋਂ ਪਹਿਲਾਂ C5 ਚੋਂ ਹੋ ਕੇ ਆਣਾ। Yes, sir. Yes, sir. Yes, sir. ਮਤਲਬ ਇਹ ਹੋਇਆ, ਇਹਦਾ ਮਤਲਬ ਇਹ ਹੋਇਆ, ਇੱਥੇ ਜੇ ਮੈਂ ਲਿਖਾਂ Q6 ਤੇ C4 ਤੇ C5, ਇਹ ਮੇਰੇ ਜਿਹੜੇ ਦੋ ਕੈਪੈਸਿਟਰ ਆ, ਇਹਨਾਂ ਦੋਨਾਂ ਦੇ ਵਿੱਚ ਸਭ ਤੋਂ ਪਹਿਲਾਂ ਚਾਰਜ ਸੇਮ ਫਲੋ ਕੀਤਾ, ਯਾਨੀ ਇਹ ਦੋ ਕੈਪੈਸਿਟਰ ਮੇਰੇ ਜਿਹੜੇ ਨੇ ਇਹ ਸੀਰੀਜ਼ ਚ ਜੁੜੋਗੇ ਸਭ ਤੋਂ ਪਹਿਲਾਂ। Yes, sir. So, ਹੁਣ ਜਦੋਂ ਇਹਨੂੰ ਲਿਖਣਾ, ਤੁਹਾਨੂੰ ਲਿਖਣ ਦੇ ਵਰਡ ਵੀ ਆਉਂਦੇ ਹੋਣੇ ਚਾਹੀਦੇ ਆ। ਆਪਾਂ ਇਹਨੂੰ ਲਿਖੇ ਤੇ ਆਪਣੇ ਕੋਲ ਆਇਆ C4 ਐਂਡ C5 ਇਨ ਸੀਰੀਜ਼, ਮੈਂ ਸ਼ਾਰਟ ਚ ਲਿਖਦਾ ਜਾਵਾਂਗਾ, ਤੇ ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਕੈਪੈਸਿਟਰ ਬਣਾ ਦਿਓ, ਨਾਮ ਕੁਝ ਵੀ ਰੱਖ ਦਿਓ, ਆਪਾਂ ਉਹਦਾ ਨਾਮ C ਡੈਸ਼ ਰੱਖ ਲਿਆ। ਤੇ ਸੀਰੀਜ਼ ਦੇ ਵਿੱਚ ਸਾਨੂੰ ਇਹ ਪਤਾ ਵਾ ਕਿ ਜਦੋਂ ਇਹ ਕੈਪੈਸਿਟਰ ਜੁੜਦੇ ਆ ਤੇ ਰੈਸਿਪਰੋਕਲ ਐਡੀਸ਼ਨ, C1 into C2 over C1 plus C2, मतलब 2 into 2 over 2 plus 2। ਇੱਕ ਵਾਰੀ ਸਿਮੈਟਰੀ ਤੁਹਾਡੇ ਹੱਥ ਆ ਗਈ, ਮੁੜ ਕੇ ਉਸੇ ਚੀਜ਼ ਦੀ ਰੈਪੀਟੇਸ਼ਨ। ਇਹਦਾ ਮਤਲਬ ਹੈ 1 ਮਾਈਕਰੋਫੈਰਡ ਦਾ ਇੱਕ ਕੈਪੈਸਿਟਰ ਬਣ ਗਿਆ, ਜਿਹੜਾ ਇਹਨਾਂ ਦੋਨਾਂ ਨੂੰ ਰਿਪਲੇਸ ਕਰ ਦੇਗਾ। ਇਹਦਾ ਮਤਲਬ ਆ, ਸਿਰਫ ਸੋਚਣ ਨਹੀਂ ਕਰ ਰਿਹਾ, ਇਹਦਾ ਮਤਲਬ ਆ ਇੱਕ ਤਰ੍ਹਾਂ ਹੁਣ ਮੈਂ ਆ ਮੰਨ ਲਓ ਹਟਾ ਦਿਓ ਜਾਂ ਇਹਨੂੰ ਹਟਾ ਦਿਓ, ਕਿਸੇ ਇੱਕ ਨੂੰ ਕਹਿ ਦਿਓ ਹਟਾਤਾ, ਇਹਨਾਂ ਦੋ ਕੈਪੈਸਿਟਰ ਦੀ ਥਾਂ ਤੇ ਮੇਰੇ ਕੋਲ ਹੁਣ ਇੱਕੋ ਕੈਪੈਸਿਟਰ ਰਹਿ ਗਿਆ, ਜਿਹੜਾ ਐਸ ਜਿਹੜਾ ਦੋਨਾਂ ਨੂੰ ਮਿਲਾ ਕੇ ਬਣਿਆ, ਜਿਹਦਾ ਨਾਮ C ਡੈਸ਼ ਆ। ਠੀਕ ਹੈ, ਹੁਣ ਆ C ਡੈਸ਼ 2 ਦਾ 1 ਰਹਿ ਗਿਆ। ਠੀਕ ਹੈ, ਹੁਣ ਆ C ਡੈਸ਼ ਤੇ C5, C ਡੈਸ਼ ਤੇ C6, ਹੁਣ ਇਹਦਾ ਚਾਰਜ ਜਿਹੜਾ ਵਾ C ਡੈਸ਼ ਵਾਲਾ, C ਡੈਸ਼, ਉਹ ਤਾਂ ਕਨਫਿਊਜ਼ਨ ਨਾ ਆਪਣੇ ਲਈ ਬਣਾਈਓ। ਠੀਕ ਹੈ, ਸਮਝਿਓ ਧਿਆਨ, ਜਿਹੜਾ C ਡੈਸ਼ ਨਵਾਂ ਕੈਪੈਸਿਟਰ ਬਣਿਆ ਤੇ ਜਿਹੜਾ C6 ਆ, ਇਹਨਾਂ ਦੋਨਾਂ ਦੇ ਵਿੱਚ ਜੇ ਮੈਂ ਚੱਲਾਂ, C ਡੈਸ਼ ਤੋਂ ਬਾਅਦ ਚਾਰਜ ਘੁੰਮ ਕੇ U ਤੇ ਆ ਗਿਆ, ਇਧਰੋਂ C4 ਚੋਂ ਚਾਰਜ ਘੁੰਮ ਕੇ ਜਿਹੜਾ ਵਾ C6 ਉਹ ਕੋਲੀ ਇੱਥੇ ਆ ਗਿਆ, ਯਾਨੀ C ਡੈਸ਼ ਤੇ C6 ਇਹ ਆਪਸ ਕਿੱਦਾਂ ਜੁੜੂਗੇ? Parallel. Parallel. ਪੈਰਲਲ ਦਾ ਮਤਲਬ ਹੋ ਗਿਆ 1 + 1 2। ਇਹਦਾ ਮਤਲਬ ਇਹ ਹੋ ਗਿਆ ਆ 1 ਵਾਲਾ ਤੇ ਆ 1 ਵਾਲਾ, ਇਹ ਦੋ ਜੁੜ ਕੇ ਆਪਾਂ ਇਹ ਲਿਖ ਦਿੰਦੇ C ਡੈਸ਼, ਇਹਨੂੰ ਨਾਮ ਦੇ ਦਿਓ C ਡਬਲ ਡੈਸ਼। ਤੁਸੀਂ ਥਿਉਰੀ ਲਿਖਣੀ ਹੈ ਉੱਥੇ ਕਿ C ਡੈਸ਼ ਐਂਡ C6 ਆਰ ਇਨ ਪੈਰਲਲ, ਆਪਾਂ ਸਿੱਧਾ ਲਿਖਦੇ ਵੇ C ਡਬਲ ਡੈਸ਼ ਬਣ ਗਿਆ, ਜਿਹੜਾ C ਡੈਸ਼ + C6 ਤੋਂ ਬਣਿਆ। ਇਹਦਾ ਮਤਲਬ 1 + 1 2 ਮਾਈਕਰੋਫੈਰਡ ਦਾ ਮੇਰਾ ਇੱਕ ਕੈਪੈਸਿਟਰ ਆ ਗਿਆ। ਹੁਣ ਇਹਦਾ ਮਤਲਬ ਇਹ ਹੋ ਗਿਆ, ਜੇ ਮੈਂ ਲੈ ਕੇ ਚੱਲਾਂ ਆ ਇੰਨਾ ਸਰਕਟ ਮੇਰਾ ਜਿਹੜਾ ਵਾ, ਇੰਨਾ ਸਰਕਟ ਮੇਰਾ ਇੱਕ ਕੈਪੈਸਿਟਰ ਤੋਂ ਵੱਖਰਾ ਹੋ ਗਿਆ, ਇਹ 'ਚ ਕੋਈ ਕੈਪੈਸਿਟਰ ਨਹੀਂ ਰਹਿ ਗਿਆ। 1 2 3 ਤਿੰਨੇ ਕੈਪੈਸਿਟਰ ਕੰਬਾਈਨ ਕਰਕੇ ਇੱਕ ਬਣ ਚੁੱਕਿਆ, ਔਰ ਇਸ ਇੱਕ ਕੈਪੈਸਿਟਰ ਦਾ ਨਾਮ ਜਿਹੜਾ ਵਾ C ਡਬਲ ਡੈਸ਼, ਔਰ ਇਹਦੀ ਵੈਲਿਊ 2। ਗੱਲ ਸਮਝ ਆਈ ਨਹੀਂ? यस सर। Yes, sir. ਬਾਅਦ ਜਿਹੜਾ ਵਾ ਹਨਾ, ਚਾਰਜ ਅੱਗੇ ਨਹੀਂ ਜਾਣਾ, ਕਿਉਂਕਿ ਇਸ ਰਸਤੇ ਤੇ ਹੁਣ ਆਪਣਾ ਕੈਪੈਸਿਟਰ ਰਿਹਾ ਹੀ ਕੋਈ ਨਹੀਂ। ਇਹਦਾ ਮਤਲਬ ਆ ਆਪਣਾ ਹੁਣ ਆ ਸਰਕਟ ਰਹਿ ਗਿਆ, ਤੇ ਆ ਆਮ ਜਿਹੜੀ ਆਪਾਂ ਵੀ ਹਟਾ ਦਿਓ,
ਇਹਦਾ ਮਤਲਬ ਆ ਮੇਰੀ ਖਤਮ ਹੋ ਗਈ। ਠੀਕ ਹੈ ਜੀ, ਹੁਣ ਮੇਰਾ ਸਰਕਟ ਇੰਨਾ ਰਹਿ ਗਿਆ। ਹੁਣ ਉਹੀ ਚੀਜ਼ ਰਿਪੀਟ ਹੋਣੀ ਸ਼ੁਰੂ ਹੋਣੀ। ਫਿਰ ਆਹ ਵਾਲੇ ਐਜ ਤੇ ਆ ਜਾਓ, ਇਸ ਐਜ ਤੇ ਆ ਜਾਓ। ਇੱਥੇ ਮੇਰੇ ਕੋਲ C3 ਤੇ C7 ਇਹ ਮੇਰੇ ਪੈਰਲਲ ਚ, ਪਰ ਪੈਰਲਲ ਚ ਤਾਂ ਜੋੜਾ ਜਿਹਨਾਂ ਚਾਰਜ ਅੱਗੇ ਕਿਸੇ ਕੋ ਨਾ ਜਾਂਦਾ, ਪਰ C3 ਵਾਲਾ ਚਾਰਜ C ਡਬਲ ਡੈਸ਼ ਹੋ ਜਾਣਾ। ਯਾਨੀ ਪਹਿਲਾਂ ਇਹ ਦੋਨੇ ਜਿਹੜੇ ਨੇ ਇਹ ਸੀਰੀਜ਼ ਚ ਜੁੜੂਗੇ, ਇਹ ਫਿਰ 2 ਤੇ 2 ਦੇ ਨਾਲ 1 ਬਣ ਜਾਣਾ। ਇਹਦਾ ਮਤਲਬ ਆ ਕਪੈਸਿਟਰ ਮੇਰਾ ਖਤਮ ਹੋ ਗਿਆ, ਆ ਕਪੈਸਿਟਰ ਮੇਰਾ ਖਤਮ ਹੋ ਗਿਆ। ਇੱਥੇ ਵਾਲਾ ਕਪੈਸਿਟਰ ਜਿਹੜਾ ਵਾ ਇਹ 1 ਵਾਲਾ ਬਣ ਗਿਆ। ਇਹਦਾ ਨਾਮ C ਟ੍ਰਿਪਲ ਡੈਸ਼ 1 ਲਿਖ ਦਿਓ। Yes. Yes, sir. ਕੋਈ ਹੈਗੇ ਹੋ ਸਾਰੇ ਜਾਣੇ? ਯੈਸ ਸਰ। Yes, sir. ਇਹਦਾ ਮਤਲਬ ਹੁਣ ਇਹ C ਜਿਹੜਾ C ਟ੍ਰਿਪਲ ਡੈਸ਼ ਤੇ C7 ਆ, ਇਹ ਦੋਨੋਂ ਪੈਰਲਲ ਚ ਆ। ਇਹ ਪੈਰਲਲ ਚ ਫਿਰ ਐਡ ਕਰੂੰ। ਇਹਦਾ ਮਤਲਬ ਆ ਰਸਤਾ ਮੇਰਾ ਖਤਮ ਹੋ ਗਿਆ ਇਹਨਾਂ ਤੇ ਇੱਥੇ ਮੇਰੇ ਕੋਲ ਜਿਹੜਾ ਕਪੈਸਿਟਰ ਆ ਉਹ 2 ਵਾਲਾ ਆ ਗਿਆ। ਫਿਰ 2 ਵਾਲਾ ਤੇ 2 ਵਾਲਾ ਫਿਰ ਪੈਰਲਲ ਸੀਰੀਜ਼ ਚ, ਫਿਰ ਇਹ 1 ਦਾ ਬਣ ਜਾਣਾ। ਠੀਕ ਹੈ, ਆ ਖਤਮ ਹੋ ਗਿਆ, ਆ ਰਸਤਾ ਮੇਰੇ ਕੋਲ ਖਤਮ ਹੋ ਗਿਆ। ਇਹ 1 ਦਾ ਆ 1 ਦੇ ਬਾਅਦ ਫਿਰ 2 ਆ ਗਿਆ। ਇਹਦਾ ਮਤਲਬ ਆ ਮੇਰੀ ਖਤਮ ਹੋ ਜਾਣੀ। ਤੁਸੀਂ ਕਪੈਸਿਟਰ ਘਟਾ ਕੇ ਲਾਸਟ ਇੱਕ ਕਪੈਸਿਟਰ ਤੇ ਪਹੁੰਚਣਾ। ਇਹਦਾ ਮਤਲਬ ਆ ਮੇਰਾ 2 ਵਾਲਾ ਆ ਗਿਆ। ਹੁਣ ਫਿਰ ਆ 2 ਤੇ 2 ਮੇਰੇ ਜਿਹੜੇ ਨੇ ਇਸ ਸੀਰੀਜ਼ ਚ, ਸੀਰੀਜ਼ ਦੇ ਵਿੱਚ ਦੀ ਐਸਐਚ ਵੈਲਿਊ ਫਿਰ 1 ਬਣੀ। ਇਹਦਾ ਮਤਲਬ ਐਂਡ ਮੇਰੇ ਕੋਲ ਜਿਹੜਾ ਵਾ ਇੱਕ ਕਪੈਸਿਟਰ ਰਹਿ ਗਿਆ ਪੂਰੇ ਸਰਕਟ ਦੇ ਅੰਦਰ, ਔਰ ਉਸ ਇੱਕ ਕਪੈਸਿਟਰ ਦੀ ਕਪੈਸਿਟੀ 1 ਮਾਈਕਰੋਫੈਰਡ ਆ। ਗੱਲ ਸਮਝ ਆਈ? ਯੈਸ ਸਰ। Yes, sir. Yes, sir. Yes, sir. ਕਿਆ ਸਾਰਿਆਂ ਨੂੰ ਕਲੀਅਰ ਆ? ਜਿਹੜੇ ਗੂੰਗੇ ਬਣੇ ਹੋਏ ਬਿਲਕੁਲ, ਕਿਆ ਉਹਨਾਂ ਨੂੰ ਕਲੀਅਰ ਆ ਕਿ ਕਿਸੇ ਨੂੰ ਡਾਊਟ? Yes, sir. Clear, sir. Yes, sir. Clear है. Yes, sir. ਇਹਦਾ ਸੋਲੂਸ਼ਨ ਆਪਣੀ Yes, sir. ਮਾਲਿਕ ਨੇ ਖੁਦ ਕਰਨਾ ਵਾ। ਠੀਕ ਹੈ, ਇਹਦੇ ਵਰਡਿੰਗ ਲਿਖਣ ਦਾ ਮੈਥਡ ਤੁਹਾਨੂੰ ਇੱਥੇ ਦਿਖਾ ਦਿੱਤਾ। ਇਹੀ ਚੀਜ਼ ਦੀ ਰੈਪੀਟੇਸ਼ਨ, ਆਹੀ 2 ਸਟੈਪ ਦੀ ਬਾਰ-ਬਾਰ ਰੈਪੀਟੇਸ਼ਨ ਆ, ਇਹ ਕੰਪਲੀਟ ਤੁਸੀਂ ਕਰੋਗੇ। ਠੀਕ ਹੈ ਜੀ? Yes, sir. ਯੈਸ ਸਰ। ਲੋਡ ਹੋਏਗੀ ਤੇ ਇਹੀ ਤੁਸੀਂ ਦੁਬਾਰਾ ਮੈਥਡ ਇਹਦੇ ਤੋਂ ਰਿਕਾਰਡਡ ਚੋਂ ਦੇਖ ਸਕਦੇ ਹੋ। ਨੈਕਸਟ ਨਿਊਮੈਰੀਕਲ ਇੰਪੋਰਟੈਂਟ ਹੋਏਗਾ, 13th ਬੋਰਡ ਚ ਆਇਆ ਹੋਇਆ ਨਿਊਮੈਰੀਕਲ ਆ। ਨਿਊਮੈਰੀਕਲ ਨੇ ਦਿੱਤਾ ਇਟ ਇਜ਼ ਰਿਕੁਆਇਰਡ to construct a 10 microfarad capacitor. It is required to construct a 10 microfarad capacitor. ਇਹਨਾਂ numerical ਨੇ ਥੋੜਾ ਟਾਈਮ ਲੈਣਾ, ਇਸ ਵਿੱਚ ਤਸੱਲੀ ਨਾ ਕਰਿਓ। Which can be connected across 200 volt battery. ਉਹ ਕਹਿੰਦਾ ਤੁਹਾਡੀ ਰਿਕੁਆਇਰਮੈਂਟ ਇਹ ਆ ਕਿ ਤੁਹਾਡੇ ਕੋਲ ਇੱਕ 10 ਮਾਈਕਰੋਫੈਰਡ ਦਾ ਕੈਪੈਸਿਟਰ ਹੋਵੇ ਜਿਹਨੂੰ ਤੁਸੀਂ 200 ਵੋਲਟ ਦੀ ਬੈਟਰੀ ਨਾਲ ਚਲਾ ਸਕੋ। ਠੀਕ ਹੈ, capacitor of capacitance 10 microfarad are available. ਔਰ ਤੁਹਾਡੇ ਕੋਲ 10 ਮਾਈਕਰੋਫੈਰਡ ਦੇ ਕੈਪੈਸਿਟਰ ਹੈਗੇ ਵੀ ਆ, ਬਟ ਦੇ ਕੈਨ ਵਿਦਸਟੈਂਡ ਓਨਲੀ 50 ਵੋਲਟ। ਲਾਈਨ ਆਹੀ ਸਮਝਣ ਵਾਲੀ ਹੈ ਕਿ ਪੁੱਤ ਜਿਹੜੇ ਕੈਪੈਸਿਟਰ ਮੇਰੇ ਕੋਲ ਅਵੇਲੇਬਲ ਆ 10 ਮਾਈਕਰੋਫੈਰਡ ਦਾ ਵਾ, ਪਰ 50 ਵੋਲਟ ਤੋਂ ਵੱਧ ਵੋਲਟੇਜ ਤੇ ਉਹ ਚੱਲ ਨਹੀਂ ਸਕਦਾ। ਮੈਨੂੰ ਨੇ ਕਿਹਾ ਕਿ 10 ਮਾਈਕਰੋਫੈਰਡ ਦਾ ਇੱਕ ਕੈਪੈਸਿਟਰ ਤਿਆਰ ਕਰੋ, ਜਿੰਨੇ ਤੁਹਾਡੇ ਕੋਲ 10 ਵਾਲੇ ਹੈਗੇ ਆ ਉਹਦੀ ਹੈਲਪ ਨਾਲ 10 ਵਾਲਾ ਇੱਕ ਕੈਪੈਸਿਟਰ ਤਿਆਰ ਕਰੋ ਜਿਹੜਾ 200 ਵੋਲਟ ਦੇ ਉੱਤੇ ਚੱਲ ਸਕੇ। suggest a design या design a combination which can yield the desired result. क्या statement समझ आई है पहलो? Yes, sir. इतना कमा कि भी मेरे को जो गिवन है क्वेश्चन के अकॉर्डिंगली वो आ वाली एक कैपेसिटर हैगा 10 माइक्रोफैरड ਦਾ, ਇਹਨੂੰ ਮੈਂ ਇੱਕ ਬੈਟਰੀ ਨਾਲ ਅਟੈਚ ਕਰਨਾ। ਜੇ ਤਾਂ ਮੈਂ ਬੈਟਰੀ 50 ਵੋਲਟ ਤੱਕ ਦੀ ਲਾਉਂਗਾ, ਜੇ ਮੈਂ ਬੈਟਰੀ 50 ਵੋਲਟ ਤੱਕ ਦੀ ਲਾਉਂਗਾ ਤੇ ਇਹ ਕੈਪੈਸਿਟਰ ਚਾਰਜ ਹੋ ਜੂ। ਪਰ ਜੇ ਮੈਂ ਇਸ ਕੈਪੈਸਿਟਰ ਨੂੰ 50 ਵੋਲਟ ਦੀ ਜਗ੍ਹਾ ਤੇ 200 ਵੋਲਟ ਦੀ ਸਪਲਾਈ ਲਵਾਂਗਾ, ਹਨਾ, ਇਹਨੇ ਸੜ ਜਾਣਾ, ਇਹਨੇ ਡੈਮੇਜ ਹੋ ਜਾਣਾ, ਕਿਉਂਕਿ ਇਹ ਮੈਕਸਿਮਮ ਵੋਲਟੇਜ ਜਿਹੜੀ ਅਕਮੋਡੇਟ ਕਰ ਸਕਦਾ ਉਹ 50 ਵੋਲਟ ਆ। ਮੈਨੂੰ ਨੇ ਕਿਹਾ ਕਿ ਵੀ ਇਹਨਾਂ ਦੇ ਕੈਪੈਸਿਟਰ ਦਾ ਕੋਈ ਕੰਬੀਨੇਸ਼ਨ ਬਣਾਓ, ਸੀਰੀਜ਼ ਪੈਰਲਲ ਮਿਕਸਡ ਕੋਈ ਕੰਬੀਨੇਸ਼ਨ ਬਣਾਓ ਜਿਹਦੇ ਨਾਲ ਟੋਟਲ ਕੈਪੈਸਿਟੈਂਸ ਵੀ 10 ਹੀ ਰਵੇ, ਟੋਟਲ ਕੈਪੈਸਿਟੈਂਸ ਵੀ 10 ਰਵੇ ਤੇ ਵੋਲਟੇਜ ਜਿਹੜੀ ਆ ਉਹ ਚ 200 ਵੋਲਟ ਹੋ ਜੇ। ਹੁਣ ਤੁਸੀਂ ਦੋ ਚੀਜ਼ਾਂ ਪੂਰੀਆਂ ਕਰਨੀਆਂ, ਇੱਕ ਤੁਸੀਂ ਐਸਐਚ ਕੈਪੈਸਿਟੈਂਸ ਪੂਰੀ ਕਰਨੀ ਆ ਔਰ ਇੱਕ ਤੁਸੀਂ ਵੋਲਟੇਜ ਪੂਰੀ ਕਰਨੀ। ਤੇ ਪੁੱਤ ਦਿਮਾਗ ਲਾਣਾ ਪਏਗਾ ਇਸ ਚੀਜ਼ ਦੇ ਉੱਤੇ ਕਿ ਜੇ ਮੈਨੂੰ ਇਹ ਪਤਾ ਮੈਂ ਕੁਝ ਕੈਪੈਸਿਟਰ ਸੀਰੀਜ਼ ਦੇ ਵਿੱਚ ਜੋੜਾਂ, ਸੀਰੀਜ਼ ਦੇ ਵਿੱਚ ਵਰਡ ਤੁਹਾਡੇ ਦਿਮਾਗ ਚ ਆਣਾ ਚਾਹੀਦਾ ਕਿ ਸੀਰੀਜ਼ ਦੇ ਵਿੱਚ ਵੋਲਟੇਜ ਸੇਮ ਰਹਿੰਦੀ ਹੈ,
ਸੌਰੀ ਸੀਰੀਜ਼ ਦੇ ਵਿੱਚ ਵੋਲਟੇਜ ਡਿਵਾਈਡ ਹੁੰਦੀ, ਪੈਰਲਲ 'ਚ ਵੋਲਟੇਜ ਸੇਮ ਰਹਿੰਦੀ ਹੈ, ਠੀਕ ਹੈ। ਪਰ ਐਸ ਚ ਸੀਰੀਜ਼ ਦੇ ਵਿੱਚ ਇੱਕ ਨੁਕਸਾਨ ਵੀ ਆ। ਸੀਰੀਜ਼ ਦੇ ਵਿੱਚ ਜੇ ਮੈਂ ਐਸ ਚ ਇਹ ਕਹਾਂ ਕਿ ਵੀ ਮੈਂ 10 ਮਾਈਕਰੋ ਫੈਰਡ ਵਾਲੇ ਕੁਝ ਕਪੈਸਿਟਰ ਸੀਰੀਜ਼ ਚ ਜੋੜਦੇ, ਹਰ ਕਪੈਸਿਟਰ 50 ਵੋਲਟ ਸਾਂਭ ਸਕਦਾ, ਤੁਸੀਂ 200 ਵੋਲਟ ਸੰਭਾਲਣੀ ਆ ਵੋਲਟੇਜ, ਠੀਕ ਹੈ। ਮੈਂ ਇਹ ਕਹੂੰਗਾ ਇੱਕ ਦੇ ਕ੍ਰਾਸ ਜੇ 50 ਵੋਲਟ ਆ 4 ਲਾ ਦਿਓ ਸੀਰੀਜ਼ ਦੇ ਵਿੱਚ, ਠੀਕ ਹੈ। ਹਰ ਕਪੈਸਿਟਰ ਨੇ 50 ਕਰਕੇ ਟੋਟਲ 200 ਵੋਲਟ ਸਾਂਭ ਲੈਣੇ, ਵੋਲਟੇਜ ਤਾਂ ਪੂਰੀ ਹੋ ਜੂ। ਪਰ ਸੀਰੀਜ਼ ਦੇ ਵਿੱਚ ਮੈਨੂੰ ਇਹ ਵੀ ਪਤਾ ਕਪੈਸਿਟੈਂਸ ਜਿਹੜੀ ਆ ਉਹ ਰੈਸੀਪ੍ਰੋਕਲ ਐਡ ਹੁੰਦੀ ਆ, ਠੀਕ ਹੈ। ਕਪੈਸਿਟੈਂਸ ਤੇ ਰੈਸੀਪ੍ਰੋਕਲ ਐਡ ਹੋਣ ਕਰਕੇ ਜੇ 4 ਕਪੈਸਿਟਰ ਮੈਂ ਸੀਰੀਜ਼ ਚ ਲਾਤੇ, ਉਹਦੀ ਜਿਹੜੀ ਓਵਰਆਲ ਕਪੈਸਿਟੈਂਸ ਆ ਉਹ 10 ਨਹੀਂ ਰਹਿ ਕੇ ਉਹ ਘਟ ਜਾਣੀ। ਇਹਦਾ ਮਤਲਬ ਮੈਨੂੰ ਫਿਰ ਪਹਿਲੋਂ ਮੈਂ ਵੋਲਟੇਜ ਪੂਰੀ ਕਰੂੰ, ਫਿਰ ਮੈਂ ਕਪੈਸਿਟੈਂਸ ਪੂਰੀ ਕਰੂੰ। ਉਹਦੇ ਵਾਸਤੇ ਤੁਹਾਨੂੰ ਕਪੈਸਿਟਰਸ ਦਾ ਮਿਕਸਡ ਕੰਬੀਨੇਸ਼ਨ ਚਾਹੀਦਾ। ਗੱਲ ਸਮਝ ਲੱਗੀ ਜੋ ਮੈਂ ਬੋਲੀ ਬੇਟੇ? Yes, sir. Yes, sir. Yes, sir. ਉਹਦੇ ਇਹਨੂੰ ਲਿਖਣ ਦਾ ਮਤਲਬ ਯਾਰ ਉਹ ਸਮਝਿਓ। ਲੈਟ ਮੀ ਸੇ ਕਿ ਵੀ ਮੇਰੇ ਕੋਲ ਐਸਾ ਕਿ ਇੱਕ ਰੋ ਦੇ ਅੰਦਰ 1 2 ਇਹਨਾਂ ਦੇ ਕੁਝ ਕਪੈਸਿਟਰ ਲੱਗੇ ਆ। ਕਿੰਨੇ ਲੱਗੇ ਆਪਾਂ ਡਾਟਡ ਦਿਖਾਤਾ, ਨਹੀਂ ਪਤਾ 3 4 10 12 ਕਿੰਨੇ ਨਹੀਂ ਪਤਾ, ਠੀਕ ਹੈ। ਆਪਾਂ ਕੁਝ ਇੱਕ ਕਪੈਸਿਟਰ ਜਿਹੜੇ ਨੇ ਉਹ ਐਸਾ ਚ ਕਿੰਨਾ ਜੀ ਸੀਰੀਜ਼ ਦੇ ਵਿੱਚ ਜੋੜ ਦਵਾਂ, ਤੇ ਮੈਨੂੰ ਇਹ ਪਤਾ ਇਹਨਾਂ ਚੋਂ ਹਰ ਕਪੈਸਿਟਰ ਜਿਹੜਾ ਵਾ ਇਹ 50 ਵੋਲਟ ਅਕਮੋਡੇਟ ਕਰ ਸਕਦਾ, ਇਹ ਹਰ ਕਪੈਸਿਟਰ 'ਚ 50 ਵੋਲਟ ਆ ਸਕਦੇ, ਠੀਕ ਹੈ। ਇਹਦਾ ਮਤਲਬ ਇਹ ਹੋਇਆ ਕਿ ਵੀ ਜੇ ਮੈਂ ਇਹਨੂੰ ਲਿਖਣਾ ਹੋਵੇ ਮੈਥਮੈਟਿਕਲੀ, ਹਨਾ, ਤੇ ਮੈਂ ਇਦਾਂ ਲਿਖਾਂਗਾ let n be the number of capacitors। ਐਸ ਵੇਲੇ ਟੋਟਲ 200 ਬਣਾਣਾ ਨਾ, ਇਸ ਕਰਕੇ ਆਪਾਂ ਨੂੰ ਪਤਾ 4 ਲਿਖ ਦਿਓ ਵੀ 4 ਲੱਗਣੇ ਆ, ਪਰ ਆਪਾਂ ਇਹਨੂੰ ਇੱਕ ਜਨਰਲਾਈਜ਼ ਮੈਥਡ ਦਵਾਂਗੇ let n be number of capacitors connected in series। therefore ਆਪਣੇ ਕੋਲ ਪ੍ਰੋਪਰਟੀ ਇਹ ਹੋਏਗੀ ਇੱਕ ਕਪੈਸਿਟਰ ਜਿਹੜਾ ਵਾ ਉਹ 50 ਵੋਲਟ ਸਾਂਭਦਾ, ਇੱਕ ਕਪੈਸਿਟਰ ਜਿਹੜਾ ਉਹ 50 ਵੋਲਟ ਸਾਂਭਦਾ ਇਨਟੂ ਇਹਦਾ ਤੇ ਮੈਂ n ਕਪੈਸਿਟਰ ਜੋੜ ਦਵਾਂ, ठीक है। 50 plus 50 plus 50 plus 50 plus 50 up to n times equal 50 volt into n। ਇਹ ਮਿਲ ਕੇ ਸਾਰਿਆਂ ਦੀ ਜਿਹੜੀ ਟੋਟਲ ਵੋਲਟੇਜ ਆ n ਕਪੈਸਿਟਰ ਦੀ ਮਿਲਾ ਕੇ ਇਹ ਟੋਟਲ 200 ਬਣ ਜਾਵੇ। ਇਹਦੇ ਨਾਲ ਜੇ ਮੈਂ ਸੋਲਵ ਕਰਾਂ ਵੋਲਟ ਨਾਲ ਵੋਲਟ ਕੱਟਿਆ ਗਿਆ, ਇਹਦਾ ਮਤਲਬ ਮੇਰੇ ਕੋਲ ਜਿਹੜੇ ਨੰਬਰ ਆਫ ਕਪੈਸਿਟਰ ਇੱਕ ਰੋ ਚ ਲੱਗਣੇ ਆ ਉਹ 4 ਆ ਜੂਗੇ। Yes. Yes, sir. Yes, sir. Yes, sir. ਇਹਦਾ ਮਤਲਬ ਮੈਨੂੰ ਇੱਕ ਚੀਜ਼ ਮਿਲੀ, ਇੱਕ ਰੋ 'ਚ ਮੈਂ 4 ਕਪੈਸਿਟਰ ਲਾਵਾਂਗਾ ਸੀਰੀਜ਼ 'ਚ ਤੇ ਮੇਰੀ ਵੋਲਟੇਜ ਪੂਰੀ ਹੋ ਗਈ। ਪਰ ਨਾਲ ਇਹ ਵੀ ਦੇਖੋ ਕਿ ਕਪੈਸਿਟੈਂਸ ਪੂਰੀ ਹੋਈ, ਤੇ ਕਪੈਸਿਟੈਂਸ ਦੀ ਪ੍ਰਾਪਰਟੀ ਇਹ ਕਹਿੰਦੀ ਹੈ ਕਿ ਇਹਨਾਂ ਚਾਰਾਂ ਦੀ ਕਪੈਸਿਟੈਂਸ ਰੈਸੀਪ੍ਰੋਕਲ ਐਡ ਹੋਈ। देयरफॉर ਆਪਾਂ ਜੇ ਇੱਕ ਲਾਈਨ 'ਚ ਕਪੈਸਿਟੈਂਸ ਲਿਖੀਏ ਇੱਕ ਰੋ ਦੀ, ਇੱਕ ਰੋ 'ਚ 4 ਕਪੈਸਿਟਰ ਲਾਏ ਨਾ ਸੀਰੀਜ਼ 'ਚ, ਉਹਨੂੰ CS ਸਿੰਬਲ ਦੇ ਲਿਆ। ਕੀ ਆ ਗਿਆ ਜੀ 1/50 1/50 1/50 प्लस 1/50 4 जोड़े सी, ठीक है। ਇਹਦਾ ਮਤਲਬ 4/50 सॉरी 10 ਸੀਗਾ Sir, 1/10 ਹੋਣਾ। 1/10 प्लस 1/10 प्लस 1/10 ਇਹਦਾ ਮਤਲਬ ਓਵਰਆਲ ਆ ਗਿਆ 4/10। ਇਹ ਤੋਂ CS ਕੱਢ ਲਵਾਂ ਤੇ ਇੱਕ ਰੋ ਦੀ ਮਤਲਬ ਇੱਕ ਲਾਈਨ ਦੀ ਜਿਹੜੀ ਕਪੈਸਿਟੈਂਸ ਆ ਉਹ 2.5 ਮਾਈਕਰੋਫੈਰਡ ਬਣੀ। क्या ਆ ਦੋ ਚੀਜ਼ਾਂ ਸਭ ਤੋਂ ਪਹਿਲਾਂ ਸਮਝ ਆਈਆਂ? Yes, sir. Yes, sir. ਤੁਹਾਡੇ ਕੋਲ 4 ਕਪੈਸਿਟਰ ਦੀ ਇੱਕ ਰੋ ਤਿਆਰ ਹੋਈ ਆ, ਤੇ ਇੱਕ ਰੋ ਜਿਹੜੀ ਤਿਆਰ ਕੀਤੀ ਉਹਨਾਂ ਮੇਰੀ ਵੋਲਟੇਜ ਜਿਹੜੀ ਆ ਉਹ ਤਾਂ 200 ਵੋਲਟ ਬਣ ਗਈ, ਠੀਕ ਹੈ। ਪਰ ਇਹਦੀ ਓਵਰਆਲ ਕਪੈਸਿਟੈਂਸ ਜਿਹੜੀ 2.5 ਰਹਿ ਗਈ। ਹੁਣ ਜੇ ਮੈਂ ਕਪੈਸਿਟੈਂਸ ਵਧਾਣੀ ਆ, ਹਨਾ, ਵੋਲਟੇਜ ਤਾਂ ਮੇਰੀ ਪੂਰੀ ਹੋ ਗਈ, ਜੇ ਮੈਂ ਕਪੈਸਿਟੈਂਸ ਪੂਰੀ ਕਰਨੀ ਆ ਤੇ ਮੈਨੂੰ ਪ੍ਰੋਪਰਟੀ ਇਹ ਕਲੀਅਰ ਹੋਵੇ ਪੈਰਲਲ ਦੇ ਵਿੱਚ ਕਪੈਸਿਟੈਂਸ ਡਾਇਰੈਕਟ ਐਡ ਹੁੰਦੀ ਆ, ਯਾਨੀ ਜੇ ਕਪੈਸਿਟੈਂਸ ਵਧਾਣੀ ਆ ਤੇ ਤੁਹਾਨੂੰ ਕਪੈਸਿਟਰ ਪੈਰਲਲ 'ਚ ਵੀ ਜੋੜਨੇ ਪੈਣੇ, ਠੀਕ ਹੈ। ਉਹਦਾ ਮਤਲਬ ਇਹ ਹੋਏਗਾ ਕਿ ਜੇ ਮੈਂ ਇੱਕ ਸੈਕਿੰਡ ਰੋ ਹੋਰ ਲੈ ਲਵਾਂ ਇਦਾਂ ਦੀ, ਜੇ ਮੈਂ ਇੱਕ ਸੈਕਿੰਡ ਰੋ ਹੋਰ ਲਾ ਦਵਾਂ ਇਦਾਂ ਦੀ, ਠੀਕ ਹੈ। ਫਸਟ ਰੋ ਜਿਹੜੀ ਆਪਾਂ ਲਾਈ ਆ ਇਹਦੀ ਟੋਟਲ ਵੋਲਟੇਜ 200 ਵੋਲਟ ਬਣ ਗਈ, ठीक है। और ਇਹਦੀ ਟੋਟਲ ਕਪੈਸਿਟੈਂਸ 2.5 ਮਾਈਕਰੋਫੈਰਡ ਬਣ ਗਈ। ਜਿਹੜੀ ਹੁਣ ਇਦਾਂ ਦੀ ਮੈਂ ਅਗਲੀ ਰੋ ਲਾਉਂਗਾ ਉਹ ਵੀ 4 ਕਪੈਸਿਟਰ ਵਾਲੀ, ਇਹਦੇ ਵਿੱਚ ਵੀ ਟੋਟਲ ਵੋਲਟੇਜ 200 ਹੀ ਬਣੀ ਲੋ। Yes, sir. Yes, sir. ਇਹਦਾ ਮਤਲਬ ਆ ਅਗਲੀ ਰੋ ਦੀ ਵੀ ਜਿਹੜੀ
ਵੋਲਟੇਜ ਆ ਟੋਟਲ ਉਹ 200 ਵੋਲਟ ਆ, ਠੀਕ ਹੈ, ਤੇ ਕਪੈਸਿਟੈਂਸ ਉਹਦੀ ਵੀ 2.5 ਆਈ। ਹੁਣ ਇਦਾਂ ਦੀਆਂ ਮੈਂ ਕਿੰਨੀਆਂ ਰੋ ਲਾ ਦਵਾਂ, ਠੀਕ ਹੈ, ਇਦਾਂ ਦੀਆਂ ਮੈਂ ਕਿੰਨੀਆਂ ਰੋਜ਼ ਲਾ ਦਵਾਂ ਕਿ ਵੀ ਮੇਰੇ ਕੋਲ ਜਿਹੜੀ ਟੋਟਲ ਕਪੈਸਿਟੈਂਸ ਆ ਉਹ ਵਾਪਸ 10 ਪੂਰੀ ਹੋ ਜਾਏ। ਆਪਾਂ ਮੰਨਿਆ ਇਦਾਂ ਦੀਆਂ m ਰੋਜ਼ ਲਾਈਆਂ, ਇੱਕ ਰੋਜ਼ ਕਿੰਨੇ ਕਪੈਸਿਟਰ ਲਾਏ ਉਹਨੂੰ n ਮੰਨਿਆ, ਇਦਾਂ ਦੀਆਂ n ਕਪੈਸਿਟਰ ਵਾਲੀਆਂ ਕਿੰਨੀਆਂ ਰੋ ਲੈਣੀਆਂ ਉਹਦਾ ਸਿੰਬਲ ਅਸੀਂ m ਰੱਖ ਲਿਆ। ਕੀ ਗੱਲ ਸਾਰਿਆਂ ਨੂੰ ਸਮਝ ਲੱਗਦੀ ਪਈ ਬੇਟੇ? Yes, sir. Yes, sir. Yes, sir. ਚਲ ਹੁਣ ਇਸ ਲਾਈਨ ਨੂੰ ਆਪਾਂ ਲਿਖਣਾ ਹੋਵੇ, ਆਪਾਂ ਲਿਖਦਾ ਲਿਖ ਦਿੰਦੇ ਲੈਟ m be the number of rows, ठीक है, m be the number of rows in parallel। ਹੁਣ ਪੈਰਲਲ ਰੋਜ਼ ਨਾਲ ਤੁਸੀਂ ਕਪੈਸਿਟੈਂਸ ਪੂਰੀ ਕਰ ਲਈ, ਸੀਰੀਜ਼ ਰੋ ਨਾਲ ਅਸੀਂ ਵੋਲਟੇਜ ਪੂਰੀ ਕੀਤੀ, ਠੀਕ ਹੈ, ਪੈਰਲਲ ਰੋਜ਼ ਨਾਲ ਅਸੀਂ ਕਪੈਸਿਟੈਂਸ, ਤੇ देयरफॉर ਇੱਕ ਰੋ ਦੀ ਕਪੈਸਿਟੈਂਸ ਆਪਣੇ ਕੋਲ 2.5 ਆਈ ਸੀਗੀ ਤੇ ਇਦਾਂ ਦੀਆਂ m ਰੋਜ਼ ਲਗਾਈਆਂ, ਇਹਦਾ ਮਤਲਬ m into 2.5 ਮਾਈਕਰੋਫੈਰਡ ਆਪਣੀ ਟੋਟਲ ਆਪਾਂ ਕਪੈਸਿਟੈਂਸ ਕਿੰਨੀ ਵਾਪਸ ਪੂਰੀ ਕਰਨੀ? 10 microfarad. ਇਹਦਾ ਮਤਲਬ 10 ਮਾਈਕਰੋਫੈਰਡ, ਤੇ ਇਹਨੂੰ ਮੈਂ ਸੋਲਵ ਕਰਨਾ ਮਾਈਕਰੋ ਕੱਟ ਕੇ m ਦੀ ਵੈਲਿਊ 10/2.5, ਇਹਦਾ ਮਤਲਬ ਇਦਾਂ ਦੀਆਂ ਮੈਨੂੰ 4 ਰੋ ਚਾਹੀਦੀਆਂ, 4 ਰੋਜ਼ ਚਾਹੀਦੀਆਂ, ਹਰ ਰੋ ਚ 4 ਕਪੈਸਿਟਰ, ਠੀਕ ਹੈ, ਔਰ ਇਦਾਂ ਦੀਆਂ 4 ਰੋਜ਼, ਇਹਦਾ ਮਤਲਬ ਟੋਟਲ ਨੰਬਰ ਆਫ ਕਪੈਸਿਟਰ ਜਿਹੜੇ ਨੇ therefore total number of capacitors वो मेरे m into n आ जाने, m भी अपना पूरा है, n भी 4, ਇਹਦਾ ਮਤਲਬ ਜਿਹੜੇ ਟੋਟਲ ਨੰਬਰ ਆਫ ਕਪੈਸਿਟਰ ਚਾਹੀਦੇ ਨੇ ਉਹ 16 ਹੋਣਗੇ। ਇਹਦਾ ਮਤਲਬ ਮੈਨੂੰ 16 ਕਪੈਸਿਟਰ ਚਾਹੀਦੇ ਆ, 16 ਕਪੈਸਿਟਰ ਦੇ ਵਿੱਚੋਂ 4 ਕਪੈਸਿਟਰਸ ਦੀ ਇੱਕ ਰੋ ਬਣਾਵਾਂਗਾ, ਠੀਕ ਹੈ, ਤੇ 4 ਇਦਾਂ ਦੀਆਂ ਰੋ ਬਣਾਵਾਂਗਾ। ਓਵਰਆਲ ਫਿਰ 16 ਕਪੈਸਿਟਰ ਦਾ ਜਿਹੜਾ ਕੰਬੀਨੇਸ਼ਨ ਹੋਏਗਾ ਨਾ ਉਹਦੇ ਨਾਲ ਮੇਰੀ ਟੋਟਲ ਵੋਲਟੇਜ 200 ਵੋਲਟ, ਜਿੰਨੀ ਟੋਟਲ ਵੋਲਟੇਜ 200 ਵੋਲਟ ਬਣ ਜਾਏਗੀ, ਤੇ ਉਸ ਪੂਰੇ ਅਰੇਂਜਮੈਂਟ ਦੀ ਟੋਟਲ ਕਪੈਸਿਟੈਂਸ ਜਿਹੜੀ ਆ ਉਹ 10 ਮਾਈਕਰੋਫੈਰਡ ਦੀ ਪੂਰੀ ਹੋਊਗੀ। क्या ਇਹ ਮੈਥਡ ਸਮਝ ਆਇਆ ਬੱਚੇ? Yes, sir. Yes, sir. Yes, sir. Yes, sir. नेक्स्ट ਹੈਗਾ 14 ਨੂਮੈਰੀਕਲ। 14 ਦੇ ਅੰਦਰ ਉਹਨੇ ਆਪਣੇ ਕੋਲ ਇੱਕ ਸਰਕਟ ਦਿੱਤਾ ਜਿਸ ਵਿੱਚ 4 ਕਪੈਸਿਟਰ ਜੁੜੇ ਆ। सौखा क्वेश्चन, थोड़ा जिहा एक चीज पर ध्यान से समझ लियो, बैटरी के कनेक्शन किहड़े किहड़े करने हैं। चलो शुरू करें। क्वेश्चन जो है अपन क्या कि C1 की कैपेसिटेंस 3, C2 C3 C4 तिने दे तिने 9 माइक्रोफैराड, यानी आ भी 9 वाला, आ भी 9 वाला, आ भी 9 वाला, ते C1 की वैल्यू अपने को 3 माइक्रोफैराड। ਉਹਨੇ ਪਹਿਲੇ ਪਾਰਟ ਚ ਕਿਹਾ ਬੇਟਾ ਇਕੁਇਵਲੈਂਟ ਕਪੈਸਿਟੈਂਸ ਬਿਟਵੀਨ A ਐਂਡ B, ਸਭ ਤੋਂ ਪਹਿਲਾਂ ਪੁਆਇੰਟ ਫੜਨੇ ਕਿਹੜੇ ਦੋ ਪੁਆਇੰਟਾਂ ਦੇ ਵਿੱਚ ਉਹਨੇ ਇਕੁਇਵਲੈਂਟ ਕਹੀ ਹੈ। ਉਹਨੇ ਕਿਹਾ ਇਕੁਇਵਲੈਂਟ ਬਿਟਵੀਨ A ਐਂਡ B ਪਹਿਲੇ ਪਾਰਟ। ਦੂਜੀ ਵਾਰ ਕਿਹਾ ਇੱਕ 4 ਵੋਲਟ ਬੈਟਰੀ ਇਜ਼ ਕਨੈਕਟਡ ਬਿਟਵੀਨ A ਐਂਡ B, then how much total charge will be stored on the capacitor। ਇੱਕ ਵਾਰੀ ਤੁਸੀਂ ਟੋਟਲ ਕਪੈਸਿਟੈਂਸ ਕੱਢੋ A ਤੇ B ਦੇ ਵਿੱਚ, ਫਿਰ A ਤੇ B ਦੇ ਵਿੱਚ ਜਿਹੜੀ ਬੈਟਰੀ ਲਾਈ ਆ ਉਹਦੀ ਵੋਲਟੇਜ ਦੱਸੀ, ਉਹਦੇ ਬਿਹਾਫ ਦੇ ਉੱਤੇ ਨੇ ਕਿਹਾ ਜੀ ਤੁਸੀਂ ਟੋਟਲ ਚਾਰਜ ਕੱਢੋ। ਤੇ ਤੀਜੇ ਪਾਰਟ ਚ ਨੇ ਕਿਹਾ ਕਿ ਬੈਟਰੀ ਜੇ A ਤੇ D ਚ ਕਨਵਰਟ, A ਤੇ D ਚ ਲਾ ਦਵਾਂ ਫਿਰ ਟੋਟਲ ਚਾਰਜ ਕਿੰਨਾ ਬੇਟਾ। ਉਹ ਤੇ ਸਮਝਣ ਵਾਲੀ ਇੱਕੋ ਚੀਜ਼ ਆ ਪੂਰੇ ਨੂਮੈਰੀਕਲ, ਬੈਟਰੀ ਦੇ ਕਨੈਕਸ਼ਨ ਕਰਕੇ ਚਾਰਜ ਕਿਦਾਂ ਫਲੋ ਕਰਾਂ, ਮੇਨ ਇਹ ਨੋਟਿਸ ਕਰਨ ਵਾਲੀ ਚੀਜ਼ ਹੈ। ਸਭ ਤੋਂ ਪਹਿਲਾਂ ਨੇ ਕਿਹਾ ਕਿ A ਤੇ B ਚ ਬੈਟਰੀ ਲਾਣੀ, ਤੁਸੀਂ ਐਸ ਸੱਚ A ਤੇ B ਜਿਹੜੇ ਦੋ ਟਰਮੀਨਲ ਨੇ ਇਹਨਾਂ ਦੇ ਕਿਤੇ ਵੀ ਬੈਟਰੀ ਸਪੋਜ਼ ਕਰ ਸਕਦੇ, ਇੱਥੇ ਬੈਟਰੀ ਲੱਗੀ ਹੋਈ, क्या ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਹੁਣ ਚਾਰਜ ਚੱਲਣਾ ਬੈਟਰੀ ਦੇ ਪੋਜ਼ਿਟਿਵ ਤੋਂ, ਜਦੋਂ ਪੋਜ਼ਿਟਿਵ ਤੋਂ ਚਾਰਜ ਤੁਰਿਆ, ਠੀਕ ਹੈ ਜੀ, ਐਸ ਸੱਚ A ਪੁਆਇੰਟ ਤੇ ਮੇਰੇ ਕੋਲ Q ਕੂਲਮ ਚਾਰਜ ਪਹੁੰਚਿਆ, A ਤੇ ਆ ਕੇ ਚਾਰਜ ਕੀ ਹੋ ਜੂ? Divide. ਤੋਂ ਪਹਿਲਾਂ ਜਿਹੜੇ ਦੋ ਕੈਪੈਸਿਟਰ ਦੇ ਵਿੱਚ ਚਾਰਜ ਗਿਆ, ठीक है, एक C1 ਕੋਲ ਗਿਆ ਤੇ ਇੱਕ C2 ਕੋਲ ਗਿਆ। ਮੰਨ ਲਓ ਇੱਧਰ Q1 ਤੇ ਇੱਧਰ Q2 ਚਲਾ ਗਿਆ। ਹੁਣ C1 ਤੇ C2 ਮੇਰੇ ਕਿੱਦਾਂ ਜੁੜੇ ਪਏ? Parallel. Parallel. ਤੇ
ਇਹਨਾਂ ਨੂੰ ਜੋੜ ਸਕਦੇ ਆ ਇਸ ਵੇਲੇ ਕਿ ਨਹੀਂ ਹਜੇ ਜੋੜ ਸਕਦੇ? No, sir. ਨਹੀਂ ਜੋੜ ਸਕਦੇ। No, sir. ਉਹਦਾ ਕਾਰਨ ਇਹ ਸੀਗਾ, ਆਪਾਂ ਬਾਰ-ਬਾਰ ਇੱਕ ਵਰਡ ਬੋਲਦੇ, ਪੈਰਲਲ ਚ ਤਾਂ ਜੋੜਿਓ ਜੇ ਦੋਨਾਂ ਕੈਪੈਸਿਟਰ ਦਾ ਚਾਰਜ ਵਾਪਸ ਇਕੱਠੇ ਹੋਣ ਤੋਂ ਪਹਿਲਾਂ ਹੋਰ ਕਿਸੇ ਕੋ ਨਾ ਜਾਵੇ। Q1 ਵਾਲਾ ਚਾਰਜ ਤੇ A ਤੋਂ C1 ਚੋਂ ਲੰਘ ਕੇ B ਤੇ ਆ ਚੁੱਕਾ, ਕਿਉਂਕਿ B ਤੋਂ ਬਾਅਦ ਇਹਨੇ ਬਾਹਰ ਨਿਕਲ ਜਾਣਾ, ਇਹਦੇ ਨਾਲ ਇਹਦਾ ਚਾਰਜ ਤਾਂ B ਤੱਕ ਪਹੁੰਚ ਚੁੱਕਾ ਵਾ। ਜਿਹੜਾ Q2 ਗਿਆ ਇਹਦੀ ਹਜੇ ਵੇਟ ਹੋ ਰਹੀ ਹੈ ਕਿ ਇਹ B ਤੱਕ ਪਹੁੰਚੇ, ਪਰ ਇਹਨੂੰ B ਤੱਕ ਪਹੁੰਚਣ ਤੋਂ ਪਹਿਲਾਂ C2 C3 C4 ਤਿੰਨਾਂ ਚੋਂ ਨਿਕਲਣਾ ਪਊਗਾ। Yes, sir. Yes, sir. ਇਨ ਕੈਪੈਸਿਟਰ ਦੇ ਵਿੱਚ ਸੇਮ ਚਾਰਜ ਫਲੋ ਕਰਕੇ ਗਿਆ ਹੈ ਨਾ ਬਿਫੋਰ ਰੀਚਿੰਗ ਐਟ B, ਤੇ ਇਹਦਾ ਮਤਲਬ C2 C3 C4 ਇਹ ਪਹਿਲਾਂ ਤਿੰਨੇ ਸੀਰੀਜ਼ ਚ ਜੁੜੋਗੇ। Yes, sir. Yes, sir. Yes, sir. Yes, sir. ਲਿਖੇ ਨੂੰ ਕਹਾਂਗਾ C2 C3 C4 are in series, therefore series ਦੇ ਵਿੱਚ ਇਹਨੂੰ ਰੈਸਿਪਰੋਕਲ ਪਲੱਸ ਕਰੀਦਾ, ਇਹਨੂੰ ਆਪਾਂ ਲਿਖ ਦਈਏ 1/CS = 1/9 1/9 plus 1/9, ਇਹ ਵੈਲਿਊ ਬਣ ਗਈ 3/9, ਇਹਦੇ ਬਾਅਦ CS ਦੀ ਵੈਲਿਊ ਆ ਗਈ 3 ਮਾਈਕਰੋਫੈਰਡ। ਇਹਦਾ ਮਤਲਬ ਆ ਤਿੰਨ ਕੈਪੈਸਿਟਰ ਦੀ ਥਾਂ ਤੇ ਇੱਕ ਕੈਪੈਸਿਟਰ ਰਹਿ ਗਿਆ ਜਿਹਦੀ ਵੈਲਿਊ 3 ਆ, ਤੇ ਸਰਕਟ ਮੇਰਾ ਵਾਪਸ ਚੇਂਜ ਕਰਾਂ ਤੇ ਸਰਕਟ ਮੇਰਾ ਆ ਗਿਆ, ਠੀਕ ਹੈ ਜੀ। ਇੱਕ ਕੈਪੈਸਿਟਰ ਤੇ ਇੱਕ ਦੂਜਾ ਕੈਪੈਸਿਟਰ, ਬੈਟਰੀ ਲੱਗੀ ਇੱਥੇ, ਬੈਟਰੀ ਇੱਥੇ ਸੀਗੀ ਆਪਣੇ ਕੋਲ ਜਿਹੜੀ SH, ਠੀਕ ਹੈ ਜੀ 20 ਵੋਲਟ ਦੀ, ਤੇ A ਪੁਆਇੰਟ ਤੋਂ B ਪੁਆਇੰਟ ਦੇ ਵਿੱਚ ਦੋ ਕੈਪੈਸਿਟਰ ਰਹਿ ਗਏ ਤਿੰਨ ਵਾਲੇ, ਤੇ ਇਹ ਤਿੰਨ ਵਾਲੇ ਦੋਨੋਂ ਪੈਰਲਲ ਚ ਆ ਗਏ। Hanji, sir. Yes, sir. Yes, sir. Yes, sir. CS and C1 are in parallel, ਤੇ ਪੁੱਤ ਜੇ ਇਹ ਪੈਰਲਲ ਚ ਆ ਤੇ therefore ਸਾਡੀ ਜਿਹੜੀ ਟੋਟਲ ਕੈਪੈਸਿਟੈਂਸ ਆ ਉਹ ਇਹਨੂੰ ਡਾਇਰੈਕਟ ਐਡ ਕਰਕੇ 3 + 3 6 ਮਾਈਕਰੋਫੈਰਡ ਆ ਜਾਏਗੀ। क्या पहला पार्ट समझ आया? Yes, sir. Yes, sir. दूजे पार्ट चुने की कहता है A और B ਜਿਹੜੀ बैटरी लाई ना ये 4 वोल्ट ਦੀ है, ਤੇ ਦੱਸੋ ਜੀ बैटरी ਤੋਂ ਟੋਟਲ ਚਾਰਜ ਕਿੰਨਾ, ਯਾਨੀ Q ਕੱਢਣਾ ਬੇਟਾ, ਤੇ ਪੁੱਤ Q ਕੱਢਣ ਵਾਸਤੇ ਮੈਨੂੰ ਪੂਰੇ ਸਰਕਟ ਦਾ C ਚਾਹੀਦਾ ਤੇ ਪੂਰੇ ਸਰਕਟ ਦਾ B। ਪੂਰੇ ਸਰਕਟ ਦਾ C ਮੇਰਾ ਨਿਕਲ ਚੁੱਕਾ, B ਮੇਰੇ ਕੋਲ ਦੱਸ ਦਿੱਤਾ, ਇਹ ਮਤਲਬ ਸਿੰਪਲ ਇੱਥੇ ਟੋਟਲ ਚਾਰਜ ਕੱਢ ਦੋ, ਠੀਕ ਹੈ। ਇਹ ਮੇਰੇ ਕੋਲ ਜਿਹੜਾ B ਪਾਰਟ ਆ V ਨੋਨ ਹੈ Q = सीधा सीधा CV लग जाएगा, C की वैल्यू 6 और B की वैल्यू 4, अपना आंसर आ गया 24 माइक्रो कूलम। क्या आप बात क्लियर है जी? Yes, Yes, sir. sir. हाँ जी सर। लविशा एक बार अटेंडेंस ले, तीन जने विचों निकल ले यार अटेंडेंस नहीं जरा देखी किहड़े सी पार्ट। हुन जेड़ा थर्ड पार्ट ने किया वा बेटा, थर्ड पार्ट दे अंदर इको चेंज कीती जेड़ा कि तुसी करोगे। ਹੁਣ बैटरी A ਤੇ B ਚ ਨਹੀਂ ਹੈਗੀ, बैटरी A ਤੇ D ਦੇ ਵਿੱਚ ਲਾਣੀ। ਇਹਦਾ ਮਤਲਬ ਮੈਂ ਜਦੋਂ ਨੈਕਸਟ ਸਰਕਟ ਬਣਾਵਾਂਗਾ, ਆਪਾਂ ਨੈਕਸਟ ਸਰਕਟ ਬਣਾਵਾਂਗੇ ਆਹੀ ਵਾਲਾ ਸਰਕਟ, ਇਹ ਚ ਸਿਰਫ ਔਰ ਸਿਰਫ ਐਸਾ ਚ ਆ ਕੰਸੀਡਰ ਕਰੋ ਕਿ बैटरी A और D ਚ, ਭਾਵੇਂ ਬਾਰੋ ਬਾਰ ਘੁਮਾ ਕੇ ਲਾਇਓ बैटरी ਨੂੰ, ਭਾਵੇਂ ਇਦਾਂ ਹੀ ਦਿਖਾ ਲਓ ਕਿ ਆ बैटरी ਲੱਗੀ ਇੱਕ ਤਰ੍ਹਾਂ ਦੀ, ਤੇ ਜਿਹੜੀ बैटरी ਲੱਗੀ ਇਹਦੇ ਤੋਂ ਚਾਰਜ ਜਦੋਂ Q ਕੂਲਮ ਚੱਲਿਆ इस पॉइंट पे आके चार्ज पे डिवाइड होया, ठीक है। ਤੇ ਸਭ ਤੋਂ ਪਹਿਲਾਂ A ਪੁਆਇੰਟ ਤੇ ਆ ਕੇ ਚਾਰਜ ਜਿਹੜਾ ਵਾ C1 ਤੇ C2 ਚ ਡਿਵਾਈਡ ਹੋ ਗਿਆ, ਯਾਨੀ ਇਹ ਦੋ ਪੈਰਲਲ ਚ, ਅਸੀਂ ਪੈਰਲਲ ਚ ਜੋੜਾਂਗੇ, ਪਰ ਪੈਰਲਲ ਚ ਜੋੜਨ ਵਾਸਤੇ ਇਹ ਚੈੱਕ ਕਰੋ ਕਿ D ਪੁਆਇੰਟ ਜਿੱਥੇ ਚਾਰਜ ਵਾਪਸ ਇਕੱਠਾ ਹੋਣਾ ਉੱਥੇ ਤੱਕ ਕੋਈ ਹੋਰ ਕੈਪੈਸਿਟਰ ਨਾ, ਪਰ ਇਧਰੋਂ ਦੇਖਦਾ ਪਿਆ C1 ਵਾਲਾ ਚਾਰਜ D ਤੱਕ ਪਹੁੰਚਣ ਤੋਂ ਪਹਿਲਾਂ C4 ਚ ਜਾਣਾ, C2 ਵਾਲਾ ਚਾਰਜ D ਤੱਕ ਪਹੁੰਚਣ ਤੋਂ ਪਹਿਲਾਂ C3 ਚ ਹੋ ਕੇ ਜਾਣਾ, यानी C2 ਤੇ C3 ਆਪਸ ਕਿਦਾਂ ਜੁੜ ਗਏ ਜੀ? Series. ਇਹਦੇ ਨਾਲ ਇਹਨਾਂ ਦੋ ਦਾ ਇੱਕ ਬਣ ਜਾਊਗਾ, ਇਹਨਾਂ ਦੋ ਦਾ ਇੱਕ ਬਣ ਜਾਏਗਾ, ਜਿਹੜਾ ਇੱਕ ਤੇ ਇੱਕ ਬਣਿਆ ਉਹ ਆਪਸ ਕਿਦਾਂ ਜੁੜੂਗੇ? Parallel. क्या ਸਾਰਿਆਂ ਨੂੰ ਇਹ ਕੰਬੀਨੇਸ਼ਨ ਸਮਝ ਆਇਆ ਥਰਡ ਪਾਰਟ ਵਾਲਾ? Yes, sir. Yes, Yes, sir. sir. Yes, sir. Yes, sir. Yes, sir. थर्ड पार्ट ਤੁਸੀਂ ਖੁਦ ਇਹਦਾ ਕੰਪਲੀਟ ਕਰੋਗੇ, ਆਨਸਰ ਉਹਦਾ ਖੁਦ ਬਣਾਓਗੇ, ਠੀਕ ਹੈ ਜੀ। नेक्स्ट न्यूमेरिकल 15 था, गल समझियो ध्यान नाल, 15th हजे छੱਡ देना बेटा। ਜਦੋਂ ਸੈਕੰਡ ਯੂਨਿਟ ਦਾ ਆਪਾਂ ਕਰੰਟ ਇਲੈਕਟ੍ਰਿਸਿਟੀ ਵਾਲੇ ਦੇ ਵਿੱਚ ਇੱਕ ਟੌਪਿਕ ਪੜਾਂਗੇ, ਉਹਦਾ ਨਾਮ ਹੈਗਾ ਵੀਟਸਟੋਨ ਬ੍ਰਿਜ।
ਜਦੋਂ ਉਹ ਟੌਪਿਕ ਪੜਾਂਗੇ ਉਦੋਂ ਇਸ ਨੂਮੈਰੀਕਲ ਤੇ ਇੱਕ ਵਾਰੀ ਵਾਪਸ ਆਵਾਂਗਾ। ਇਹ ਇੱਕ ਸਪੈਸ਼ਲ ਕੰਬੀਨੇਸ਼ਨ ਆ, 5 ਕੈਪੈਸੀਟਰ ਹੋਣ, 5 ਰੈਜ਼ਿਸਟਰ ਲੱਗੀਆਂ ਹੋਣ, ਇਹਨੂੰ ਇੱਕ ਵੀਟਸਟੋਨ ਬ੍ਰਿਜ ਕੰਬੀਨੇਸ਼ਨ ਕਿਹਾ ਜਾਂਦਾ। ਉਹਦੀ ਇੱਕ ਸਪੈਸੀਫਿਕ ਕੰਡੀਸ਼ਨ ਹੁੰਦੀ ਆ, ਪਹਿਲਾਂ ਉਹ ਆਪਾਂ ਸੈਕੰਡ ਯੂਨਿਟ ਚ ਪੜਾਂਗੇ, ਫਿਰ ਉਸ ਮੂਵਮੈਂਟ ਤੇ ਆ ਕੇ ਇਹ ਨੂਮੈਰੀਕਲ ਕਰਾਂਗੇ। ਇਸ ਲਈ ਆ ਇੱਕ 15th ਨੂਮੈਰੀਕਲ ਇਹ ਛੱਡਾਂਗਾ, ਠੀਕ ਹੈ ਜੀ। Yes, sir. Okay, sir. चलो 16 की स्टेटमेंट देखो एक बारी। 16 अपने को की क्या होने 4 कैपेसिटर्स अटैच किए हुए मेरे द्वारा। ठीक है, 4 कैपेसिटर्स अटैच है, समझियो गल अपने को कैपेसिटर ने दस दिता जी C1 C2 C3 C4 और पुत C4 ਦੇ ਨੀਚੇ ਉਹਨੇ ਬੈਟਰੀ ਲੱਗੀ ਦਿਖਾਈ ਹੈ 500 ਵੋਲਟ ਦੀ। ਇਹਦਾ ਮਤਲਬ ਆ A ਔਰ D ਜਿਹੜੇ ਦੋ ਟਰਮੀਨਲ ਬੋਲੇ ਹੋਏ ਇਹਦੇ ਅਕ੍ਰੋਸ ਇੱਕ ਬੈਟਰੀ ਲਗਾ ਦੋ। ਠੀਕ ਹੈ, ਇਹਦੇ ਅਕ੍ਰੋਸ ਇੱਕ ਬੈਟਰੀ ਲਗਾ ਰਿਹਾ ਜਿਹੜੀ 500 ਵੋਲਟ ਦੀ ਹੈ। क्या ਇਹਦੀ ਗੱਲ ਕਲੀਅਰ ਹੈ ਬੱਚੇ? ਹਾਂਜੀ ਸਰ। ਹਾਂਜੀ ਸਰ। ਚਲ ਉਹਨੇ ਆਪਾਂ ਨੂੰ ਕਿਹਾ ਜੀ 10 ਮਾਈਕਰੋਫੈਰਡ ਦੇ 4 ਕੈਪੈਸਿਟਰ ਆ। ठीक है, determine the equivalent capacitance and charge on each capacitor। एक फर्क आ गया, उन्हें एक ने equivalent capacitance पूछी है। equivalent capacitance ਲਈ बैटरी ਦੇ पॉजिटिव को चार्ज फ्लो करके, ठीक है जी, बैटरी ਦੇ नेगेटिव को वापस मोड़ के लिया। ਹੁਣ A ਤੇ ਜਦੋਂ ਚਾਰਜ ਚੱਲਿਆ ਕਿੰਨੇ ਪਾਰਟ ਚ ਡਿਵਾਈਡ ਹੋਇਆ? 2 ਸਰ। 2 part। ਤੇ ਸਭ ਤੋਂ ਪਹਿਲਾਂ ਦੋ ਕੈਪੈਸਿਟਰ ਕਿਹੜੇ ਨੇ ਜਿਨ੍ਹਾਂ ਨੇ ਚਾਰਜ ਨੂੰ ਫੇਸ ਕੀਤਾ? C1 C4 ਜਿਹੜੀ C1 ਤੇ C4 ਪੈਰਲਲ ਚ, ਪਰ ਇਹ ਪੈਰਲਲ ਚ ਫਿਰ ਉਹੀ ਪ੍ਰਾਪਰਟੀ ਤਾਂ ਲਾਈਏ ਜੇ ਚਾਰਜ D ਤੱਕ ਇਹਨਾਂ ਦੋਨਾਂ ਚੋਂ ਪਹੁੰਚਦਾ ਹੋਵੇ। ਆਹ ਵਾਲੇ ਕੈਪੈਸਿਟਰ ਦਾ ਚਾਰਜ ਤੇ D ਤੇ ਆ ਰਿਹਾ, ਪਰ C1 ਵਾਲਾ ਚਾਰਜ C2 C3 ਚੋਂ ਹੋ ਕੇ ਆਣਾ। ਇਹ ਮਤਲਬ C1 C2 C3 ਇਹ ਤਿੰਨੇ ਦੇ ਤਿੰਨੇ ਮਿਲ ਕੇ ਇੱਕ ਸੀਰੀਜ਼ ਚ ਕੈਪੈਸਿਟਰ ਬਣਾ ਦੋਗੇ। ਯੈਸ ਸਰ। ਯੈਸ ਸਰ। ਇਹਦਾ ਮਤਲਬ ਜੇ ਆਪਾਂ ਨਵਾਂ ਕਨੈਕਸ਼ਨ ਨਵਾਂ ਸਰਕਟ ਡਾਇਗਰਾਮ ਬਣਾ ਲਈਏ ਤੇ ਉਹ ਚ ਦੋ ਕੈਪੈਸਿਟਰ ਰਹਿ ਜਾਣਗੇ, ਇੱਕ C4 ਇੱਕ C। ਠੀਕ ਹੈ, ਜਿਹੜਾ C1 C2 C3 ਤੋਂ ਮਿਲ ਕੇ ਇੱਕ ਬਣ ਗਿਆ, ਉਹਦਾ ਨਾਮ C ਰੱਖ ਲਓ। ਜਿਹੜਾ ਇੱਕ ਪਿਆ ਨੀਚੇ ਪੈਂਡਿੰਗ ਉਹ C4 ਹੋ ਗਿਆ ਤੇ ਇਸ ਕੰਬੀਨੇਸ਼ਨ ਦੇ ਨਾਲ ਇੱਕ ਬੈਟਰੀ ਲੱਗੀ ਹੈ। ਠੀਕ ਹੈ, 500 ਵੋਲਟ ਦੀ। ਹੁਣ ਇਹਨਾਂ ਤਿੰਨਾਂ ਦਾ ਮਿਲਾ ਕੇ ਜਿਹੜੀ ਟੋਟਲ ਕੈਪੈਸਿਟੈਂਸ ਹੈ 10 ਦੇ ਸੀਗੇ ਆਪਣੇ ਆ ਤਿੰਨ ਜਿਹੜੇ ਜੋੜਾ ਤੇ ਇਹਦੀ ਟੋਟਲ ਕੈਪੈਸਿਟੈਂਸ 1/10 1/10 1/10 ਯਾਨੀ 10/3 ਬਣ ਗਈ। ਯਾਨੀ ਆ ਕੈਪੈਸਿਟਰ ਮੇਰਾ 10/3 ਮਾਈਕਰੋਫੈਰਡ ਦਾ ਆ ਗਿਆ। ਆ ਕੈਪੈਸਿਟਰ ਮੇਰਾ ਜਿਹੜਾ ਇਹ 10 ਦਾ। ਹੁਣ ਟੋਟਲ ਕੈਪੈਸਿਟੈਂਸ ਕੱਢਣੀ ਆ, ਇਹ ਦੋਨੋਂ ਕਿੱਦਾਂ ਜੁੜ ਗਏ? ਪੈਰਲਲ। ਤੇ ਪੈਰਲਲ ਦੇ ਵਿੱਚ ਜਿਹੜੀ ਟੋਟਲ ਆਏਗੀ ਉਹ ਚ ਇਹਨੂੰ ਡਾਇਰੈਕਟ ਐਡ ਕਰਾਂਗੇ 10/3 + 10। ठीक है, अपने को टोटल कैपेसिटेंस 40/3 माइक्रोफैरड आ गई। क्या आप पार्ट समझ आया? ਹਾਂਜੀ ਸਰ। ਯੈਸ ਸਰ। ਹੁਣ टोटल कैपेसिटेंस निकल आई है ना, ਤੇ ਉਹਨੇ ਕਿਹਾ ਚਾਰਜ ਅਕ੍ਰੋਸ ਈਚ ਕੈਪੈਸਿਟਰ। ਉਹ ਤਾਂ ਇਸ ਸਰਕਟ ਤੋਂ ਬਾਅਦ ਜੇ ਆ ਸਰਕਟ ਦਿਮਾਗ ਚ ਆ ਜਾਵੇ ਬਣਾ ਲਓ ਤੇ ਤੁਹਾਡਾ ਨੂਮੈਰੀਕਲ ਸੌਖਾ। ਹੁਣ ਇਹ ਦੋਨੋਂ ਕਿੱਦਾਂ ਜੁੜੇ ਆ ਜੀ? पैरेलल। ਜਦੋਂ Q ਕੂਲਮ ਚਾਰਜ ਇੱਥੇ ਆਇਆ, ਇਧਰ Q1 ਚਲਾ ਗਿਆ, ਉੱਪਰ Q2 ਚਲਾ ਗਿਆ। ਹੁਣ ਇਹਨਾਂ ਦੋਨਾਂ ਦੇ ਵਿੱਚ ਮੈਨੂੰ ਇਹ ਪਤਾ, ਇਹਦਾ ਮੈਨੂੰ V ਵੀ ਪਤਾ, ਇਹ 500 ਕਿਉਂਕਿ ਦੋਨੋਂ ਪੈਰਲਲ ਚ ਆ, ਪੈਰਲਲ ਚ ਵੋਲਟੇਜ ਸੇਮ ਹੁੰਦੀ ਆ। ਇਹਦਾ ਮਤਲਬ ਇਸ ਕੈਪੈਸਿਟਰ ਦਾ ਮੇਰੇ ਕੋਲ V ਵੀ ਹੈਗਾ, ਇਹਦਾ C ਵੀ ਹੈਗਾ ਤੇ ਇਹਦਾ Q1 ਨਿਕਲ ਆਊਗਾ। ਯੈਸ ਸਰ। Yes, sir. ਆ ਕੈਪੈਸਿਟਰ ਜਿਹੜਾ ਤਿੰਨਾਂ ਨੂੰ ਜੋੜ ਕੇ ਬਣਿਆ, ਇਹਦਾ V ਵੀ 500 ਹੈਗਾ, ਇਹਦਾ C ਵੀ ਹੈਗਾ, ਇਹਦਾ Q2 ਨਿਕਲ ਆਇਆ। ਇਹਦਾ ਮਤਲਬ ਜੇ ਮੇਰੇ ਕੋਲ Q2 ਆ ਗਿਆ, ਇਹਦਾ ਮਤਲਬ ਹੁਣ ਇਸ ਤੋਂ ਬਾਅਦ ਵਾਪਸ ਇੱਥੇ ਆ ਜਾਓ, ਕਿਉਂਕਿ ਅਸੀਂ ਹਰ ਕੈਪੈਸਿਟਰ ਦਾ ਚਾਰਜ ਦੱਸਣਾ। ਉਹਦੇ ਲਈ ਆਪਾਂ ਇਹ ਕਿਹਾ ਇਧਰ ਗਿਆ Q1 ਇਧਰ ਗਿਆ Q2 ਤੇ ਜਿਹੜਾ Q2 ਤੁਸੀਂ ਇੱਥੋਂ ਲੱਭਿਆ ਵਾ ਉਹ ਇਹਨਾਂ ਤਿੰਨਾਂ ਕੈਪੈਸਿਟਰ ਚ ਘੁੰਮਦਾ ਪਿਆ ਔਰ ਇਹ ਤਿੰਨੋਂ ਦੇ ਤਿੰਨੇ ਸੀਰੀਜ਼ ਚ। ਇਹ ਮਤਲਬ ਜਿੰਨਾ Q2 ਇੱਥੋਂ ਆਏਗਾ ਉਹੀ ਆਨਸਰ Q1 ਜਿਹੜਾ C1 ਚ ਵੀ ਆ, C2 ਚ ਵੀ ਆ ਤੇ C3 ਚ ਵੀ ਆ। क्या आप बात समझ आई? Yes, sir. Yes, sir. बच्चे इतना सारे नु क्लियर है पुत्र?
Yes, sir. Yes. Yes, sir. Yes, sir. ਲਵਿਸ਼ਾ ਇੱਕ ਵਾਰੀ ਅਟੈਂਡੈਂਸ ਲੈ ਲਈ ਮੈਂ ਅੱਜ ਇਹ ਜਿਹੜੇ ਨਿਆਣੇ ਲੀਵ ਕਰ ਰਹੇ ਮੈਂ ਇਹ ਫਿਰ ਬਾਅਦ ਦੇ ਵਿੱਚ ਮੈਂ ਟੋਕ ਰਹੀ ਹਾਂ क्या सारे ਨੂੰ ਕਲੀਅਰ ਹੈ ਜੀ numerical ਹੈ 16 Yes, sir. Yes, sir. Yes, sir. Yes, sir. ओके कुछ काम देन लग्या नोट करो जेडे क्वेश्चन तुसी ट्राई करोगे सिर्फ फॉर्मूले बेस्ड न्यूमेरिकल होगा जेड़ा तुहानू दूंगा एक 17th एक 18th 17 एक 18 दो ਤੇ ਇੱਕ 26 तीन न्यूमेरिकल दे रहा 17 18 ਤੇ 26 ਇਹ ਤਿੰਨ न्यूमेरिकल हर बच्चे ने ट्राई करने हैं जी क्लियर है हाँ जी सर Yes, sir. Yes, sir. Yes. Yes. चलो इतने रोकन लगे कल तो अगे कंटिन्यू करांगे कल न्यूमेरिकल शीट अपनी कैपेसिटर वाली कंप्लीट हो जाएगी बेटा ते पुत्र